ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਾ, ਹਿਰਦੈ ਧਿਆਵਾ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰਮ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਿਨ ਪ੍ਰਸੰਨ ਕੀ ਨੀਤਾ, ਕ੍ਰੋਧ ਭਰੀ ਕਿਉ ਕੀਅਤ ਪਰੀਤਾ। ਤਬ ਸ੍ਰੀ ਸ਼ੰਡੀ ਬਚਨ ਉਚਾਰੇ, ਸੁਨ ਸ਼੍ਰੀ ਨਾਨਕ ਸ਼੍ਰੋਣ ਮਝਾਰੇ। ਤਿਨ ਪ੍ਰਸੰਨ ਕੀ ਨੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਵਾਲੀਏ ਕੁਲ ਜਹਾਨ। ਸਮੁੱਚੀ ਹੀ ਮਾਨਵਤਾ ਦੇ ਸਾਂਝੇ ਰਹਿਬਰ, ਸਾਂਝੇ ਪ੍ਰਤੀਕ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਮਹਾਨ ਕਿਰਪਾ ਬਰਸ ਰਹੀ। ਮਹਾਨ ਸੂਰਬੀਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਤਿਨਾਂ ਦੇ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਅਸੀਂ ਅੰਮ੍ਰਿਤਮਈ ਸ਼ਾਮਾਂ ਦੇ ਦੀਵਾਨਾਂ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਸੋ ਆਓ ਗੁਰੂ ਕੇ ਸਿੱਖੋ,
ਗੁਰ ਇਤਿਹਾਸ ਦੀ ਕਥਾ ਵਾਰਤਾ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਜਿੱਥੋਂ ਤੱਕ ਕਿ ਆਵਾਜ਼ ਸੁਣਦੀ ਹੈ, ਆਪਣੇ ਸਮਿਆਂ ਵਿੱਚੋਂ ਥੋੜ੍ਹੇ ਤੋਂ ਥੋੜ੍ਹਾ, ਬਹੁਤੇ ਤੋਂ ਬਹੁਤਾ ਸਮਾਂ ਕੱਢ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਸਤਿਗੁਰਾਂ ਦਾ ਅੰਮ੍ਰਿਤਮਈ ਜਸ ਗੁਰ ਇਤਿਹਾਸ ਸ਼ਰਵਣ ਕਰੀਏ। ਤਾਂ ਕਰਕੇ ਸਾਨੂੰ ਵੀ ਸਤਿਗੁਰਾਂ ਦੀ ਗੁਰਸਿੱਖੀ ਦੀ ਜਾਚ ਸਿਧਾਂਤ ਸਮਝ ਵਿੱਚ ਆ ਜਾਏ। ਜਿਵੇਂ ਅਸੀਂ ਪਿਛਲੇ ਦੀਵਾਨਾਂ ਵਿੱਚ ਸ਼ਰਵਣ ਕਰਦੇ ਪਏ ਹਾਂ ਕਿ ਦੀਨ ਦੁਨੀਆ ਦੇ ਵਾਲੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਫਗਾਨਿਸਤਾਨ ਵੱਲ ਵਿਚਰ ਰਹੇ ਹੈ, ਅਤੇ ਉਸ ਵਕਤ ਇਹ ਸਾਰਾ ਹੀ ਹਿੰਦੁਸਤਾਨ ਜੋ ਭਾਰਤ ਖੰਡ ਇਹਦੇ ਵਿੱਚ ਇਹ ਸਾਰਾ ਕੁਛ ਆ ਜਾਂਦਾ ਸੀ ਪਹਿਲਾਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅਫਗਾਨਿਸਤਾਨ ਬੇਸ਼ੱਕ ਥੋੜ੍ਹਾ ਵੱਖਰਾ ਪੈ ਜਾਂਦਾ, ਪਰ ਉਦੋਂ ਹਿੰਦੂ ਮਤ ਦਾ ਬਹੁਤ ਜ਼ਿਆਦਾ ਪ੍ਰਚਾਰ ਸੀ। ਤਾਈਓ ਉਦੋਂ ਥਾਵਾਂ ਥਾਵਾਂ 'ਤੇ ਦਿਵਾਲੇ ਮੰਦਰ ਬਹੁਤ ਹੁੰਦੇ। ਅਤੇ ਜਦੋਂ ਸਤਿਗੁਰੂ ਜੀ ਇਸ ਇਲਾਕੇ ਵੱਲ ਗਏ ਹੈ, ਇੱਥੋਂ ਦਾ ਰਾਜਾ ਅਤੇ ਇੱਥੋਂ ਦੀ ਪ੍ਰਜਾ ਦੇ ਲੋਕ ਸਾਰੇ ਦੁਰਗਾ ਦੇਵੀ ਦੇ ਜੋ ਉਪਾਸਕ ਸੀ, ਬੜੀ ਪੂਜਾ ਕਰਦੇ ਸੀ। ਕੁਦਰਤੀ ਰੱਬਤੀ ਨੇਤ ਜਿਸ ਦਿਨ ਸਤਿਗੁਰੂ ਜੀ ਉਸ ਜਗ੍ਹਾ 'ਤੇ ਗਏ, ਉਸ ਦਿਨ ਬੜਾ ਵਿਸ਼ਾਲ ਮੇਲਾ ਲੱਗਾ ਸੀ, ਬੜੇ ਲੋਕ ਆ ਜਾ ਰਹੇ ਸੀ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਲੋਕਾਂ ਦੀ ਭੀੜ ਦੇਖ ਕੇ ਰਸਤੇ ਵਿੱਚ ਹੀ ਬੈਠ ਗਏ ਹੈ। ਅਤੇ ਲੋਕ ਆਉਂਦੇ ਹੈ, ਦੇਖਦੇ ਹੈ ਇਹ ਫਕੀਰ ਕਿੱਥੋਂ ਆਏ ਹੈ, ਇੱਧਰ 'ਤੇ ਤਾਂ ਜਾਪਦੇ ਨਹੀਂ। ਇੱਦਾਂ ਕਰਕੇ ਕੋਈ ਵੇਖ ਕੇ ਚਲਾ ਜਾਂਦਾ ਹੈ, ਕੋਈ ਹੱਸ ਕੇ ਚਲੇ ਜਾਂਦੇ ਹੈ। ਇਹਨੇ ਨੂੰ ਜਿਹੜਾ ਰਾਜਾ ਸੀ ਉੱਥੋਂ ਦਾ, ਆਪ ਦੀ ਲਸ਼ਕਰ ਸੈਨਾ ਲੈ ਕੇ ਉੱਥੇ ਪਹੁੰਚ ਗਿਆ। ਅਤੇ ਉਹਨੇ ਇਹਨਾਂ ਨੂੰ ਵੇਖਿਆ ਜਦੋਂ, ਅਤੇ ਆਖਿਆ ਇਹ ਜੋ ਮਨੁੱਖ ਹੈ ਇੱਧਰ ਦੇ ਤਾਂ ਜਾਪਦੇ ਨਹੀਂ, ਲੱਗਦਾ ਦੂਰੋਂ ਆਏ ਹੈ। ਹੁਣ ਸਾਨੂੰ ਮੌਕਾ ਮਿਲਿਆ ਹੈ, ਇਹਨਾਂ ਵਿੱਚੋਂ ਇੱਕ ਨੂੰ ਆਪਾਂ ਫੜ ਕੇ ਲੈ ਜਾਈਏ ਅਤੇ ਜਾ ਕੇ ਚੰਡੀ ਦੇ ਦੁਆਰੇ ਇਹਨਾਂ ਦੀ ਬਲੀ ਦਈਏ, ਜਿਸ ਕਰਕੇ ਚੰਡੀ ਬਹੁਤ ਖੁਸ਼ ਹੋਏਗੀ। ਕਿਉਂਕਿ ਪਹਿਲਾਂ ਵੀ ਲੋਕ ਕੋਈ ਆਪ ਦੇ ਬਛੜੇ ਲੈ ਕੇ ਜਾ ਰਹੇ ਹੈ, ਕੋਈ ਸੰਡੇ ਲੈ ਕੇ ਜਾ ਰਹੇ, ਕੋਈ ਬੱਕਰਿਆਂ ਦੇ ਲੇਲੇ ਲੈ ਕੇ ਜਾ ਰਹੇ। ਇਸ ਤਰ੍ਹਾਂ ਸਾਰੇ ਆਪ ਆਪਣੀ ਭੇਟਾ ਲੈ ਕੇ ਜਾ ਰਹੇ ਸੀ, ਕਿਉਂਕਿ ਉੱਥੇ ਬਲੀ ਦੀ ਮਰਜ਼ਾਦਾ ਸੀ, ਬਲੀ ਦਿੰਦੇ ਸਨ ਉੱਥੇ। ਅਤੇ ਇਹਨਾਂ ਰਾਜੇ ਨੇ ਭਾਈ ਬਾਲਾ ਜੀ ਨੂੰ ਫੜ ਲਿਆ ਹੈ। ਭਾਈ ਬਾਲਾ ਜੀ ਦੇ ਪਿੱਛੇ ਹੱਥਾਂ 'ਤੇ ਹੱਥ ਕੜੀਆਂ ਲਾ ਦਿੱਤੀਆਂ, ਅਤੇ ਹੱਥ ਮੁਸ਼ਕਾਂ ਇਹਨਾਂ ਦੀਆਂ ਬੰਨ੍ਹ ਲਈਆਂ, ਅਤੇ ਅੱਗੇ ਲਗਾ ਕੇ ਢੋਲ ਵਜਾਉਂਦੇ ਹੋਏ ਲੈ ਕੇ ਜਾ ਰਹੇ। ਸਤਿਗੁਰੂ ਨਾਨਕ ਦੇਵ ਮਹਾਰਾਜ ਅਤੇ ਭਾਈ ਮਰਦਾਨਾ ਜੀ ਇਹ ਪਿੱਛੇ ਪਿੱਛੇ ਆ ਰਹੇ ਨੇ। ਮਰਦਾਨਾ ਜੀ ਕਹਿ ਰਹੇ ਆ ਬਾਲਾ ਜੀ ਨੂੰ ਆ ਕੇ ਕਿ ਬਾਲਿਆ, ਹੁਣ ਤੇਰਾ ਸਮਾਂ ਬੁਰਾ ਆ ਗਿਆ ਹੈ, ਹੁਣ ਵਾਹਿਗੁਰੂ ਨੂੰ ਯਾਦ ਕਰ, ਹੁਣ ਤੇਰੇ 'ਤੇ ਬਹੁਤ ਵਿਪਤਾ ਆਈ ਹੈ। ਬਾਲਾ ਜੀ ਕਹਿਣ ਲੱਗੇ ਕਿ ਸਾਡਾ ਤਾਂ ਮਰਨਾ ਕਦੇ ਹੋ ਨਹੀਂ ਸਕਦਾ ਹੈ, ਕਿਉਂਕਿ ਵਾਹਿਗੁਰੂ ਨੇ ਸਰੀਰ ਦਿੱਤਾ ਹੈ, ਵਾਹਿਗੁਰੂ ਸਰੀਰ ਖੋ ਸਕਦਾ ਹੈ, ਪਰ ਆਤਮਾ ਕਦੇ ਨਹੀਂ ਮਰਦੀ ਹੈ। ਇੱਦਾਂ ਦੀਆਂ ਕਈ ਉਦਾਹਰਣਾਂ ਭਾਈ ਬਾਲਾ ਜੀ ਨੇ ਦਿੱਤੀਆਂ। ਫਿਰ ਤਾਂ ਮਰਦਾਨਾ ਜੀ ਨੇ ਵੇਖਿਆ ਵੀ ਬਾਲਾ ਜੀ ਤਾਂ ਹਠੀਏ ਨੇ, ਨਹੀਂ ਸਮਝਦੇ ਹੈ। ਜਾ ਕੇ ਫਿਰ ਸਤਿਗੁਰੂ ਨਾਨਕ ਦੇਵ ਜੀ ਨੂੰ ਕਿਹਾ, ਮਹਾਰਾਜ ਤੁਹਾਡਾ ਸੰਗੀ ਮਿੱਤਰ ਬਾਲਾ ਮਹਾਰਾਜ ਮਾਰਿਆ ਜਾਏਗਾ, ਕਿਰਪਾ ਕਰਕੇ ਉਹਨੂੰ ਬਚਾ ਲਓ। ਬੜੇ ਹਾੜੇ ਕੀਤੇ ਹੈ ਮਰਦਾਨਾ ਜੀ ਨੇ, ਪਰ ਸਤਿਗੁਰੂ ਚੁੱਪ ਹੈ। ਕੁਝ ਦੇਖ ਰਹੇ ਸੀ, ਕੁਝ ਸਮਝ ਰਹੇ ਸੀ, ਪਰ ਬੋਲ ਨਹੀਂ ਸੀ ਰਹੇ ਕੁਛ। ਉਹ ਮਰਦਾਨਾ ਜੀ ਵਾਰ-ਵਾਰ ਕਹਿੰਦੇ, ਮਹਾਰਾਜ ਬੋਲਦੇ ਕਿਉਂ ਨਹੀਂ? ਇਹਨਾਂ ਨੂੰ ਜਲਾਦ ਆ ਗਿਆ ਹੈ। ਉਹਨੇ ਆਪ ਦੀ ਤੇਜ਼ਦਾਰ ਤਲਵਾਰ ਜਿਹੜੀ ਮਿਆਨ 'ਚੋਂ ਕੱਢੀ ਹੈ, ਅਤੇ ਜਿੱਥੇ ਬਲੀ ਅਤੇ ਬੱਕਰੇ ਇਤਿਆਦਿ ਹੋਰ ਜਾਨਵਰਾਂ ਨੂੰ ਰੱਖਿਆ ਸੀ ਨਾ, ਉੱਥੇ ਬਾਲਾ ਜੀ ਦੀ ਵੀ ਗਰਦਨ ਟਿਕਾ ਲਈ ਹੈ, ਜਿਸ ਜਗ੍ਹਾ 'ਤੇ ਬਲੀ ਦੇਣੀ ਸੀ। ਉਸ ਵੇਲੇ ਮਰਦਾਨਾ ਜੀ ਦੇਖਦੇ ਪਏ ਹੈ, ਸਾਰੇ ਲੋਕ ਦੇਖਦੇ ਪਏ ਹੈ। ਕੋਈ ਵੀ ਇਹ ਗੱਲ ਨਹੀਂ ਕਹਿ ਰਿਹਾ ਵੀ ਇਹ ਪਾਪ ਤੁਸੀਂ ਕਿਉਂ ਕਰਦੇ ਪਏ ਹੋ, ਇਹ ਦੁਸ਼ਟ ਕਰਮ ਤੁਸੀਂ ਕਿਉਂ ਕਰਦੇ ਪਏ ਹੋ। ਸਾਰੇ ਲੋਕ ਹੱਸਦੇ ਪਏ ਹੈ। ਅਤੇ ਜਦੋਂ ਉਹਨੇ ਤਲਵਾਰ ਕੱਢੀ ਹੈ, ਰੱਬ ਦੀ ਨੇਤ ਜਿਹੜੀ ਮੂਰਤੀ ਸੀ ਨਾ ਦੁਰਗਾ ਦੀ, ਜਿਸ ਦੇ ਆਲੇ ਦੁਆਲੇ ਲੋਕ ਬੜੇ ਇਕੱਠੇ ਹੋਏ ਸੀ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਿਵੇਂ
ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ ਸੀ, ਇਸੇ ਤਰ੍ਹਾਂ ਵਾਹਿਗੁਰੂ ਨੇ ਆਪਣੀ ਸ਼ਕਤੀ ਧਾਰ ਕੇ ਦੁਰਗਾ ਦਾ ਰੂਪ ਧਾਰਿਆ। ਉਹ ਚੰਡੀ ਜਿਹੜੀ ਹੈ ਵਿੱਚੋਂ ਮੂਰਤੀ ਤੋਂ ਪ੍ਰਗਟ ਹੋ ਗਈ। ਸੋ ਨੇਤਰ ਲਾਲ ਉਹਦੇ, ਤੇ ਤਲਵਾਰ ਉਹਨੇ ਆ ਕੇ ਜਲਾਦ ਦੇ ਕੋਲੋਂ ਖੋਹ ਲਈ। ਤਲਵਾਰ ਖੋਹ ਕੇ ਜਿਹੜੀ ਤਲਵਾਰ ਬਾਲੇ ਦੇ ਮਾਰਨੀ ਸੀ, ਉਹ ਤਲਵਾਰ ਉਹਨੇ ਸਿੱਧੀ ਜਾ ਕੇ ਉੱਥੋਂ ਦੇ ਰਾਜੇ ਦੀ ਗਰਦਨ 'ਤੇ ਮਾਰੀ ਹੈ, ਅਤੇ ਗਰਦਨ ਕੱਦੂ ਦੀ ਨਿਆਈ ਸੁੱਟ ਦਿੱਤੀ ਥੱਲੇ। ਫਿਰ ਤਾਂ ਹਾਹਾਕਾਰ ਮਚ ਗਈ, ਲੋਕ ਬੜੇ ਰੋਣ ਕੁਰਲਾਉਣ ਲੱਗੇ, ਭੱਜ ਗਏ ਲੋਕ ਸਾਰੇ ਹੀ। ਸਿਰਫ ਮਰਦਾਨਾ ਜੀ, ਬਾਲਾ ਜੀ ਅਤੇ ਸਤਿਗੁਰੂ ਰਹਿ ਗਏ, ਅਤੇ ਸਿਰਫ ਜਿਹੜੀ ਆ ਉਹ ਚੰਡੀ ਜਿਸ ਨੇ ਰਾਜੇ ਦਾ ਸੰਘਾਰ ਕੀਤਾ ਉਹ ਰਹਿ ਗਈ। ਹੁਣ ਅਗਲੀ ਜੋ ਵਾਰ ਤਾਂ ਆ ਰਹੀ ਹੈ, ਸਤਿਗੁਰੂ ਨਾਨਕ ਦੇਵ ਪੁੱਛਦੇ ਆ ਚੰਡੀ ਨੂੰ ਕਿ ਐ ਤੇ ਤੇਰਾ ਉਪਾਸ਼ਕ ਸੀ, ਤੇਰੀ ਪੂਜਾ ਕਰਦਾ ਸੀ, ਤੇਰੀ ਆਰਤੀ ਉਤਾਰਦਾ ਸੀ, ਤੂੰ ਇਹਨੂੰ ਕਿਉਂ ਮਾਰ ਦਿੱਤਾ? ਤੂੰ ਸਾਡੇ ਸਾਥੀ ਬਾਲੇ ਨੂੰ ਕਿਉਂ ਬਚਾ ਲਿਆ? ਤੈਨੂੰ ਤਾਂ ਚਾਹੀਦਾ ਸੀ ਮਾਰਨ ਦੇਣਾ ਬਾਲੇ ਨੂੰ, ਕਿਉਂਕਿ ਇਹ ਤੇ ਤੇਰਾ ਉਪਾਸ਼ਕ ਸੀ, ਤੂੰ ਇਹਨੂੰ ਤਾਂ ਨਹੀਂ ਮਾਰਨਾ ਚਾਹੀਦਾ। ਸਤਿਗੁਰੂ ਪੁੱਛਦੇ ਹੈ, ਉਹ ਜ਼ਿੰਮੇਵਾਰ ਤਾਂ ਆ ਰਹੀ ਹੈ। ਆਓ ਬੜੇ ਪ੍ਰੇਮ ਨਾਲ ਲੜੀਬੰਦ ਰੂਪੇ ਸ਼ਰਵਣ ਕਰੀਏ, ਇੱਕ ਦਫਾ ਮਿਲ ਕੇ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਿੰਨ ਪ੍ਰਸੰਨ ਕੀਨੀ ਰੀਤਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਚੰਡੀ ਦੇ ਤਾਈਂ ਕਹਿ ਰਹੇ ਨੇ, ਇਹ ਚੰਡੀ ਦੇਵੀ, ਇਹ ਰਾਜਾ ਤੇ ਤੇਰਾ ਉਪਾਸ਼ਕ ਸੀ, ਤੇਰੀ ਕਿੰਨੇ ਪ੍ਰੇਮ ਨਾਲ ਉਹਨੇ ਪੂਜਾ ਕੀਤੀ। ਪਹਿਲਾਂ ਆਣ ਕੇ ਆਰਤੀ ਉਤਾਰੀ ਹੈ, ਫਿਰ ਨਾਰੀਅਲ ਭੰਨੇ ਹੈ, ਫਿਰ ਉਹ ਤੇ ਬਲੀ ਦੇਣ ਲੱਗਾ ਸੀ। ਉਹਨੇ ਤੇ ਸਹਿਤ ਪ੍ਰੀਤ ਦੇ ਤੇਰੀ ਬੜੀ ਉਹਨੇ ਆ ਕੇ ਸੇਵਾ ਕੀਤੀ ਸੀ, ਤੈਨੂੰ ਖੁਸ਼ ਕਰਨ ਵਾਸਤੇ। ਕ੍ਰੋਧ ਭਰੀ ਕਿਉਂ ਕੀਏ ਵਿਪਰੀਤਾ। ਫਿਰ ਕੀ ਐਸਾ ਹੋ ਗਿਆ ਤੂੰ ਉਹਦੇ ਤੇ ਕ੍ਰੋਧਿਤ ਹੋ ਗਈ? ਤੂੰ ਇੰਨੀ ਕ੍ਰੋਧਿਤ ਕਿਉਂ ਹੋ ਗਈ? ਤੇਰੇ ਮਨ ਵਿੱਚ ਇੰਨਾ ਰੋਸ ਕਿਉਂ ਜਾਗ ਗਿਆ? ਕਿਉਂ ਐਸਾ ਤੂੰ ਉਲਟ ਕਰਮ ਕਰ ਦਿੱਤਾ? ਜਿਹੜਾ ਤੇਰਾ ਉਪਾਸ਼ਕ ਤੂੰ ਉਹਨੂੰ ਹੀ ਮਾਰ ਮੁਕਾਇਆ। ਤਬ ਸ਼੍ਰੀ ਚੰਡੀ ਬਚਨ ਉਚਾਰੇ। ਤਦੋਂ ਫਿਰ ਜਿਹੜੀ ਚੰਡੀ ਦੇਵੀ ਹੈ ਉਸਨੇ ਸਤਿਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਐ ਸੱਚੇ ਪਾਤਸ਼ਾਹ, ਆਪ ਸਰਗੁਣ ਸਰੂਪ ਹੋ ਵਾਹਿਗੁਰੂ ਜੀ ਦੇ। ਮੈਂ ਤੁਹਾਨੂੰ ਦੱਸਦੀ ਹਾਂ, ਸੁਣ ਸ਼੍ਰੀ ਨਾਨਕ ਸ਼ਰੋਨ ਮਝਾਰੇ। ਐ ਸ੍ਰੀ ਗੁਰੂ ਨਾਨਕ ਦੇਵ ਜੀਓ, ਕਿਰਪਾ ਕਰਕੇ ਮੇਰੀ ਬੇਨਤੀ ਸੁਣੋ। ਮੈਂ ਦੱਸਦੀ ਹਾਂ, ਮੈਂ ਵੈਸੇ ਨਹੀਂ ਆਪਦੇ ਉਪਾਸ਼ਕਾਂ ਨੂੰ ਮਾਰਦੀ ਹਾਂ, ਮੈਂ ਹਰ ਮਨੋਕਾਮਨਾ ਪੂਰੀ ਕਰਦੀ ਹਾਂ। ਪਰ ਜਿਹੜਾ ਕੋਈ ਮਨੁੱਖ ਜੇ ਹਰ ਜਨ ਪਰਮੇਸ਼ਵਰ ਪਿਆਰੇ, ਜਿਹੜਾ ਕੋਈ ਵਾਹਿਗੁਰੂ ਦੇ ਪਿਆਰੇ, ਪ੍ਰਭੂ ਪਿਆਰੇ ਭਗਤ ਜਨਾਂ ਦੇ ਤਾਈਂ ਸੋ ਦ੍ਰਿਸ਼ਿਆ ਕਰਹੁ ਸੰਝ ਸਕਾਰੇ। ਅਸੀਂ ਹਮੇਸ਼ਾ ਭਗਤ ਜਨਾਂ ਦੇ, ਸੰਤ ਜਨਾਂ ਦੀ ਰੱਖਿਆ ਵਾਸਤੇ ਪਹਿਰੇ 'ਤੇ ਲੱਗੀਆਂ ਰਹਿੰਦੀਆਂ ਹਾਂ। ਸਾਡੇ ਨਾਲ ਕਿਤਨੇ ਹੀ ਦੇਵੀ ਦੇਵਤੇ ਜਿਹੜੇ ਕਿ ਭਗਤ ਜਨਾਂ ਦੀ ਰੱਖਿਆ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਨੇ। ਇਸ ਵਾਸਤੇ ਇਹ ਗੱਲ ਯਾਦ ਰੱਖਣੀ, ਜਦੋਂ ਮਨੁੱਖ ਕੋਈ ਬੁਰਾ ਕਰਮ ਕਰਨ ਲੱਗਦਾ ਹੈ, ਹਾਲੇ ਕਾਮਨਾ ਹੀ ਕਰਦਾ ਹੈ, ਉਹ ਕੰਮ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਸ ਵੇਲੇ ਇੰਨੀਆਂ ਬਦਰੂਹਾਂ, ਇੰਨਾ ਜੋ ਜਗਤ ਵਿੱਚ ਰਾਖਸ਼ ਬਿਰਤੀ ਵਾਲੀਆਂ ਇਹ ਰੂਹਾਂ ਵਿਚਰਦੀਆਂ ਨੇ। ਬੁਰਾ ਕਰਮ ਕਰਨ ਦੀ ਸੋਚ ਹੀ ਆਪਾਂ ਧਾਰੀਏ ਅਤੇ ਬੁਰਾ ਕਰਮ ਕਰਨ ਵਿੱਚ ਉਹ ਹਮਾਇਤ ਕਰਦੀਆਂ ਨੇ। ਅਤੇ ਜੇਕਰ ਚੰਗਾ ਕਰਮ ਕਰਨ ਵਾਸਤੇ ਅਸੀਂ ਥੋੜ੍ਹੀ ਵੀ ਮਨ ਵਿੱਚ ਸੰਕਲਪ ਬਿਰਤੀ ਧਾਰੀਏ ਤਾਂ ਉਹ ਚੰਗਾ ਕਰਮ ਹੋ ਜਾਂਦਾ ਹੈ। ਵਜ੍ਹਾ ਇਹ ਹੁਣ ਦੱਸਦੀ ਚੰਡੀ ਦੇਵੀ, ਕਹਿੰਦੀ ਅਸੀਂ ਹਮੇਸ਼ਾ ਭਗਤ ਜਨਾਂ ਦੇ ਸਹਾਇਤਾ ਕਰਨ ਵਾਸਤੇ ਨਾ ਰਹਿੰਦੀਆਂ ਹਾਂ, ਤਾਂ ਕਰਕੇ ਸਾਡੀ ਤੇ ਇਹ ਡਿਊਟੀ ਲੱਗੀ ਹੋਈ ਹੈ, ਸਾਡੀ ਸੇਵਾ ਲੱਗੀ ਹੈ ਵਾਹਿਗੁਰੂ ਵੱਲੋਂ ਵੀ ਜਿੱਥੇ ਭਗਤ ਪਿਆਰੇ ਰਹਿੰਦੇ ਨੇ, ਜਿੱਥੇ ਸੰਤ ਜਨ ਰਹਿੰਦੇ, ਜੇ ਮਤ ਮੰਦ ਤਿਨਹੁ ਦੁਖ ਦੇਹੀ। ਇਸ ਵਾਸਤੇ ਜਿਹੜੇ ਖੋਟੀ ਬੁੱਧੀ ਵਾਲੇ ਹੈ, ਜਿਹੜੇ ਭਗਤ ਜਨਾਂ ਨੂੰ, ਰੱਬ ਦੇ ਪਿਆਰਿਆਂ ਨੂੰ ਦੁੱਖ ਦਿੰਦੇ ਨੇ, ਮਾਰਦੇ ਨੇ, ਕੁੱਟਦੇ ਨੇ, ਤੇ ਮਾਰੋ ਮੇਰੀ ਮਤ ਇਹੀ, ਮੈਂ ਉਹਨਾਂ ਨੂੰ ਮਾਰ ਦਿੰਦੀ ਹਾਂ, ਉਸੇ ਵੇਲੇ ਮਾਰ ਦਿੰਦੀ ਹਾਂ। ਇਹ ਮੈਨੂੰ ਵਾਹਿਗੁਰੂ ਵੱਲੋਂ ਆਦੇਸ਼ ਹੈ ਕਿ ਜਿਹੜਾ ਵੀ ਮੇਰੇ ਭਗਤਾਂ ਨੂੰ ਕੁਝ ਬੁਰਾ ਕਹੇ, ਕੁਝ ਮਾੜਾ ਕਹੇ,
ਤਾਂ ਉਹਨਾਂ ਨੂੰ ਛੱਡੀ ਨਾ। ਫਿਰ ਮੈਂ ਉਸੇ ਵੇਲੇ ਹੀ ਭਗਤਾਂ ਦੇ ਵੱਲੀ ਹੋ ਕੇ, ਬਦਲਾ ਪ੍ਰਸਤੀ ਹੋ ਕੇ ਭਗਤਾਂ ਦੇ ਦੋਖੀਆਂ ਨੂੰ, ਸੰਤਾਂ ਦੇ ਦੋਖੀਆਂ ਨੂੰ ਮਾਰ ਦਿੰਦੀ ਹਾਂ। ਇਹ ਭੂਪਤ ਮੰਦ ਮੰਦ ਕੁਚਾਰੀ। ਇਹ ਜੋ ਰਾਜਾ ਸੀ ਨਾ, ਇਹ ਖੋਟੀ ਬੁੱਧੀ ਵਾਲਾ ਸੀ। ਇਹਦਾ ਆਚਰਣ ਠੀਕ ਨਹੀਂ ਸੀ। ਇਹਨੇ ਖੁਸ਼ ਤਾਂ ਮੈਨੂੰ ਕਰਨਾ ਸੀ, ਪਰ ਖੁਸ਼ੀ ਆਪਣੀ ਲੈਣ ਵਾਸਤੇ ਕਿਸੇ ਨੂੰ ਦੁੱਖ ਦੇ ਰਿਹਾ ਹੈ। ਇਹ ਖੁਸ਼ੀ ਕਿਹੋ ਜਿਹੀ ਹੋਈ? ਕਿਸੇ ਦਾ ਖੂਨ ਨਿਚੋੜ ਕੇ ਆਪ ਹੱਸਣਾ, ਇਹ ਕਿਹੋ ਜਿਹਾ ਪਰ ਉਪਕਾਰ ਹੋਇਆ? ਇਹ ਕਿਹੋ ਜਿਹੀ ਸੇਵਾ ਹੋਈ? ਕਿਸੇ ਨੂੰ ਗਾਲਾਂ ਕੱਢ ਕੇ, ਕਿਸੇ ਨੂੰ ਬੁਰਾ ਭਲਾ ਬੋਲ ਕੇ ਤੇ ਮਨੁੱਖ ਕੋਈ ਸੋਚੇ ਮੈਂ ਸ਼ਾਂਤ ਹੋ ਜਾਵਾਂ, ਇਹ ਵਾਹਿਗੁਰੂ ਦੇ ਘਰ ਦਾ ਨਿਯਮ ਨਹੀਂ ਹੈ। ਵਾਹਿਗੁਰੂ ਦੇ ਘਰ ਦਾ ਨਿਯਮ ਹੈ ਪਹਿਲਾਂ ਤੂੰ ਹੋਰਾਂ ਨੂੰ ਸੁੱਖ ਦੇ। ਸੋ ਆਇਆ ਤਾਕੂ ਸਫਲ ਹੈ ਪਰ ਉਪਕਾਰੀ ਹੋਏ। ਉਹਦਾ ਜੀਵਨ ਵਿੱਚ ਆਇਆ ਹੋਇਆ ਸਫਲਾ ਹੈ ਜਿਹੜਾ ਪਰ ਉਪਕਾਰੀ ਹੈ। ਜਿਹੜਾ ਦੂਸਰੇ ਨੂੰ ਦੁੱਖ ਦਿੰਦਾ ਉਹਨੂੰ ਦੁੱਖ ਆਪਣੇ ਆਪ ਹੀ ਆਉਣ ਲੱਗ ਪੈਂਦਾ ਹੈ। ਇਹ ਰੱਬ ਦੇ ਘਰ ਦਾ ਨਿਯਮ ਹੈ। ਇਸ ਵਾਸਤੇ ਉਹ ਜਿਹੜਾ ਰਾਜਾ ਖੋਟੀ ਬੁੱਧੀ ਵਾਲਾ ਮਾਰਨ ਆਨੇ ਸੰਤ ਅਗਾਰੀ। ਚਲੋ ਬਾਕੀ ਜੀਵਾਂ ਨੂੰ ਤਾਂ ਮਾਰ ਰਿਹਾ ਸੀ, ਮੈਂ ਕੁਛ ਨਹੀਂ ਸੀ ਕਰ ਸਕਦੀ, ਕਿਉਂਕਿ ਜਿਨ੍ਹਾਂ ਨੂੰ ਮਾਰਦਾ ਸੀ ਉਹ ਵੀ ਉਹਦੇ ਵਰਗੇ ਸਨ। ਪਰ ਹੁਣ ਸੰਤ ਪਿਆਰਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ। ਇਹ ਮੈਂ ਸਹਾਰ ਨਾ ਸਕੀ, ਕੀਓ ਕ੍ਰੋਧ ਜਾਂ ਤੇ ਮੈਂ ਮਾਰਾ। ਇਸ ਵਾਸਤੇ ਮੈਂ ਕ੍ਰੋਧਿਤ ਹੋ ਕੇ, ਕ੍ਰੋਧ ਦੇ ਵਸੀਕਾਰ ਹੋ ਕੇ ਮੈਂ ਰਾਜੇ ਨੂੰ ਮਾਰਿਆ ਹੈ। ਇਹ ਮੈਂ ਮਾਰਨਾ ਹੀ ਸੀ, ਕਿਉਂਕਿ ਮੇਰੇ ਕੋਲੋਂ ਬਰਦਾਸ਼ਤ ਹੀ ਨਹੀਂ ਹੋਇਆ ਹੈ। ਮੈਂ ਦੇਖ ਰਹੀ ਸੀ ਕਿ ਕਦੋਂ ਇਹ ਹਟੇ, ਕਦੋਂ ਸਮਝੇ। ਮੈਂ ਕਈ ਵਾਰ ਇਹ ਦੇਖਦੀ ਸੀ, ਪਰ ਜਦੋਂ ਹੱਦ ਹੀ ਮੁੱਕ ਗਈ, ਜਦੋਂ ਮੈਂ ਹੁਣ ਨਾ ਐਨ ਮੌਕੇ 'ਤੇ ਆਉਂਦੀ ਤੇ ਇਹਨੇ ਤੇ ਮੇਰੇ ਪ੍ਰਭੂ ਪਿਆਰੇ ਦਾ ਸਿਰ ਉਤਾਰ ਦੇਣਾ ਸੀ। ਇਸ ਵਾਸਤੇ ਮੈਂ ਮੌਕਾ ਸੰਭਾਲ ਕੇ ਉਸੇ ਵੇਲੇ ਰਾਜੇ ਨੂੰ ਮਾਰਿਆ। ਮਰਤ ਸੰਤਨ ਕੋ ਤੁਰਤ ਉਬਾਰਾ। ਮੈਂ ਮਰਦੇ ਹੋਏ ਭਾਈ ਬਾਲੇ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆ। ਇਹ ਮੈਂ ਵਾਹਿਗੁਰੂ ਦੇ ਘਰ ਦਾ ਜੋ ਆਦੇਸ਼ ਹੈ ਇਹ ਸੰਪੂਰਨ ਕੀਤਾ। ਅਸ ਕਹਿ ਲੋਕ ਭਈ ਤਬ ਦੇਵੀ। ਇਹਨਾਂ ਕਹਿੰਦਿਆਂ ਹੋਇਆ ਜੋ ਚੰਗੀ ਦੇਵੀ ਹੈ ਅਲੋਪ ਹੋ ਗਈ ਹੈ, ਵਲੀਨ ਹੋ ਗਈ, ਦਿਸੀ ਨਾ ਫਿਰ, ਛੁਪ ਗਈ ਉਸੇ ਵੇਲੇ। ਜਗ ਮਾਤਾ ਈਸ਼ਵਰੀ ਅਭੇਵੀ। ਉਹ ਜਗਤ ਦੀ ਮਾਤਾ ਵਾਹਿਗੁਰੂ ਦੀ ਸ਼ਕਤੀ ਹੈ, ਪ੍ਰਭੂ ਦਾ ਸਾਖਸ਼ਾਤ ਸ਼ਕਤੀ ਸਰੂਪ, ਉਹਦੀ ਤਾਕਤ। ਉਹ ਐਸੀ ਜੋ ਦੇਵੀ ਸੀ, ਸੋ ਕਹਿਣ ਲੱਗੇ ਜਿਹਦਾ ਕੋਈ ਭੇਦ ਨਹੀਂ ਜਾਣਿਆ ਜਾਂਦਾ, ਉਸੇ ਵੇਲੇ ਛੁਪ ਗਈ। ਵੱਡੇ ਹੋ ਨਗਰ ਮੈਂ ਸ਼ੋਕ ਅਪਾਰੀ। ਸਾਰੇ ਨਗਰ ਵਿੱਚ ਬੜਾ ਸ਼ੋਕ ਫੈਲ ਗਿਆ, ਕਿਉਂਕਿ ਜਗਤ ਦਾ, ਉਸ ਨਗਰ ਦਾ ਬਾਦਸ਼ਾਹ, ਰਾਜਾ, ਸਮਰਾਟ ਨੂੰ ਮਾਰਿਆ ਗਿਆ ਸੀ। ਇਸ ਵਾਸਤੇ ਲੋਕ ਸਾਰੇ ਬੜੇ ਡਰ ਗਏ, ਸ਼ੋਕ ਦੇ ਸਹਿਤ ਹੋ ਗਏ। ਠੌਰ ਠੌਰ ਰੋਵਹਿ ਨਰ ਨਾਰੀ। ਜਗ੍ਹਾ ਜਗ੍ਹਾ 'ਤੇ ਲੋਕ ਰੋ ਰਹੇ ਨੇ ਔਰ ਬਹੁਤ ਆਪਣੇ ਆਪ 'ਤੇ ਪਛਤਾਤਾਪ ਕਰਦੇ ਹੈ ਕਿ ਅਸੀਂ ਕਿਉਂ ਨਾ ਰਾਜੇ ਨੂੰ ਬਚਾ ਸਕੇ। ਇਹ ਸੋਚਦੇ ਰਹੇ ਸੀ, ਪਰ ਬਚਾਉਣਹਾਰਾ ਕੌਣ ਹੈ? ਕੋਈ क्षमता नहीं किसी विच, बल नहीं है किसी विच, कोई किसी नूं मरदे नूं बचा सके। पर खामा खां आपस विच झूर रहे सी, रो रहे ने, कहंदे असीं क्यों ना राजे नूं बचा सके। कीए विचार जे हुते सियाने। फिर उन्हां विच जिहड़े सियाणे सियाणे मनुख सी ना, कुछ समझ रखते सी, कुछ धर्म का ज्ञान रखते सी, कुछ ਉਹ ਸਿਆਣੇ ਮਨੁੱਖਾਂ ਨੇ ਵਿਚਾਰ ਕੀਤੀ। ਗਏ ਜੋ ਕਲਾਵਾਨ ਮਨ ਜਾਣੇ। ਕਿਹਾ ਕਹਿਣ ਲੱਗੇ ਜਿਹੜਾ ਰਾਜੇ ਨੇ ਇਹ ਪਾਪ ਕੀਤਾ ਸੀ ਨਾ, ਉਹਦੀ ਸਜ਼ਾ ਰਾਜੇ ਨੂੰ ਮਿਲੀ ਹੈ। ਕਿਹੜਾ ਪਾਪ ਕੀਤਾ ਸੀ? ਜਿਹੜੇ ਬੰਦੇ ਫੜ ਕੇ ਲਿਆਂਦੇ ਸੀ ਨਾ ਰਾਜੇ ਨੇ, ਉਹ ਬੰਦੇ ਆਮ ਨਹੀਂ ਸੀ, ਉਹ ਕਲਾਵਾਨ ਸੀ, ਅਜ਼ਮਤ ਧਾਰੀ ਸੀ। ਇਸ ਕਰਕੇ ਰਾਜੇ ਨੇ ਜਿਹੜਾ ਕਰਮ ਕੀਤਾ, ਉਹ ਕਰਮ ਦਾ ਫਲ ਉਹਨੂੰ ਮਿਲਣਾ ਹੀ ਸੀ। ਉਹਨੇ ਇਹ ਵਿਚਾਰ ਹੀ ਨਾ ਕੀਤੀ ਵੀ ਅਗਲੇ ਬਗਾਨੇ ਦੇਸ਼ 'ਚੋਂ ਆਏ ਹੈ, ਸਗੋਂ ਸਾਨੂੰ ਚਾਹੀਦਾ ਸੀ ਉਹਨਾਂ ਦਾ ਸਤਿਕਾਰ ਕਰਨਾ, ਪਰ ਅਸੀਂ ਉਹਨਾਂ ਨੂੰ ਉਲਟਾ ਹੀ ਸਜ਼ਾ ਦੇਣ ਲੱਗ ਪਏ। ਇਸ ਵਾਸਤੇ ਰਾਜੇ ਨੂੰ ਜੋ ਹੋਇਆ, ਉਹਦੀ ਕੀਤੀ ਦਾ ਫਲ ਉਹਨੂੰ ਮਿਲ ਗਿਆ। ਆਏ ਸਭ ਹੀ ਤਬ ਧਰ ਭਾਵ। ਇਸ ਤਰ੍ਹਾਂ ਉਹ ਸਿਆਣੇ ਮਨੁੱਖਾਂ ਨੇ ਵਿਚਾਰ ਕਰਕੇ ਨਾ
ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਆ ਗਏ ਪ੍ਰੇਮ ਦੇ ਸਹਿਤ ਸਤਿਗੁਰਾਂ ਦੀ ਸ਼ਰਨ ਲੈਣ ਵਾਸਤੇ। ਸ੍ਰੀ ਗੁਰ ਕੇ ਲਖ ਲੀਨ ਪ੍ਰਭਾਉ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਜਾਣ ਲਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਖਸ਼ਾਤ ਕਲਾਧਾਰੀ ਹੈ, ਇਹ ਕੋਈ ਪੀਰਾਨ ਪੀਰ ਹੈ, ਕੋਈ ਅਜ਼ਮਤਧਾਰੀ ਹੈ, ਸ਼ਕਤੀਸ਼ਾਲੀ ਹੈ ਕੋਈ। ਇਸ ਨੂੰ ਵਿਚਾਰ ਕੇ ਲੋਕ ਸਤਿਗੁਰਾਂ ਦੀ ਸ਼ਰਨ ਆ ਗਏ। ਦ੍ਰਿਪ ਸੁਧ ਠੰਡ ਆਏ ਅਗਾਰੀ। ਰਾਜੇ ਦਾ ਪੁੱਤਰ ਸੀ ਨਾ ਜਿਹੜਾ, ਉਹ ਹੱਥ ਜੋੜ ਕੇ ਸਤਿਗੁਰਾਂ ਦੇ ਕੋਲ ਖੜ ਗਿਆ ਹੈ। ਉਹਨੂੰ ਪਤਾ ਸੀ ਕਿ ਮੇਰੇ ਪਿਤਾ ਨੇ ਇਹ ਗਲਤੀ ਕੀਤੀ ਹੈ, ਇਹ ਸੰਤ ਜਨਾਂ ਦੇ ਆਗਿਆ ਦੀ ਅਧੂਲੀ ਕੀਤੀ ਹੈ, ਇਹਨੇ ਬਹੁਤ ਕੁਰੀਤੀ ਕੀਤੀ ਹੈ। ਇਸ ਵਾਸਤੇ ਇਹਨੂੰ ਜੋ ਸਜ਼ਾ ਮਿਲੀ ਹੈ, ਮੈਂ ਇਹ ਸਜ਼ਾ ਦਾ ਹੁਣ ਹਾਮੀਦਾਰ ਨਹੀਂ ਬਣਨਾ ਹੈ। ਤਾਂ ਕਰਕੇ ਰਾਜੇ ਦੇ ਪੁੱਤਰ ਨੇ ਸਤਿਗੁਰਾਂ ਦੇ ਕੋਲ ਖੜ ਕੇ ਬੇਨਤੀ ਕੀਤੀ, ਕਰ ਕੈ ਬੰਧਨ ਬਿਨਾ ਉਚਾਰੀ। ਕਹਿਣ ਲੱਗਾ, ਇਹ ਸਤਿਗੁਰੂ ਜੀਓ, ਇਹ ਭਗਤ ਜਨੋ, ਮਹਾਂਪੁਰਸ਼ੋ, ਮੇਰੀ ਬੇਨਤੀ ਸੁਣੋ। ਰਾਜਾ, ਜੋ ਮੇਰਾ ਪਿਤਾ ਸੀ ਨਾ, ਉਹ ਮਾਰਿਆ ਗਿਆ ਹੈ ਬੇਸ਼ੱਕ, ਪਰ ਮੈਂ ਉਹਦਾ ਪੁੱਤਰ ਹਾਂ। ਕਰੋ ਸ਼ਿਮਾ ਅਪਰਾਧ ਹਮਾਰਾ। ਮਹਾਰਾਜ ਕਿਰਪਾ ਕਰੋ, ਮੇਰੇ ਪਿਤਾ ਦੀ ਗਲਤੀ ਦਾ ਸਾਨੂੰ ਦੰਡ ਨਾ ਦਿਓ। ਕਿਰਪਾ ਕਰੋ, ਸਾਡੀ ਨਗਰੀ ਤੇ ਰਹਿਮਤ ਰੱਖੋ। ਹੁਣ ਉਹਨੇ ਜੋ ਕੀਤਾ ਸੋ ਪਾਇਆ, ਪਰ ਹੁਣ ਸਾਡੇ ਤੇ ਰਹਿਮਤ ਕਰੋ। ਸਾਨੂੰ ਆਪਣੇ ਗੁਰਸਿੱਖ ਬਣਾ ਲਓ, ਆਪਣੇ ਸਿੱਖ ਬਣਾ ਲਿਓ, ਸਾਨੂੰ ਕਿਰਪਾ ਕਰੋ। ਮਹਾਰਾਜ ਸਾਡਾ ਅਪਰਾਧ ਬਖਸ਼ ਦਿਓ ਤੁਸੀਂ। ਹਮ ਲਹਿ ਜਾਣਿਓ ਭੇਦ ਤੁਮਾਰਾ। ਮਹਾਰਾਜ ਅਸੀਂ ਜਾਣਿਆ ਨਹੀਂ ਤੁਹਾਨੂੰ, ਅਸੀਂ ਸੋਚਦੇ ਹਾਂ ਖੌਰੇ ਆਮ ਹੀ ਆਦਮੀ ਹੈ, ਤਾਂ ਕਰਕੇ ਸਮਝੇ ਨਾ, ਪਰ ਹੁਣ ਸਾਡੇ ਤੇ ਰਹਿਮਤ ਕਰੋ। ਸਿੱਖ ਆਪਣੇ ਹਮਹਿ ਕਰੀਜੈ। ਸਾਨੂੰ ਆਪਣੇ ਸਿੱਖ ਬਣਾ ਲਿਓ। ਇਹ ਰਾਜੇ ਦੇ ਪੁੱਤਰ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਾਨੂੰ ਸਿੱਖ ਬਣਾ ਲਿਓ ਆਪਣੇ। ਤੁਹਾਡੀ ਸਿੱਖੀ ਵਿੱਚ ਸਤਿਗੁਰੂ ਜੀ ਸਾਰੇ ਸੁੱਖ ਆ ਜਾਣਗੇ। ਮਹਾਰਾਜ ਸਾਡੀ ਇਹ ਬੇਨਤੀ ਸੁਣੋ। ਅਭੈ ਦਾਨ ਸਭ ਇਨ ਕੋ ਦੀਜੈ। ਤੇ ਸਾਨੂੰ ਅਭੈ ਦਾਨ, ਨਿਰਭੈਤਾ ਬਖਸ਼ੋ, ਨਿਡਰਤਾ ਬਖਸ਼ੋ, ਬੇਖੌਫਤਾ ਬਖਸ਼ੋ। ਸਾਨੂੰ ਨਾ ਸੰਸਾਰ ਵਿੱਚ ਡਰ ਰਹੇ, ਨਾ ਫਿਰ ਪਰਲੋਕ ਦਾ ਡਰ ਰਹੇ। ਸਾਨੂੰ ਨਿਰਭੈ ਕਰ ਦਿਓ, ਕਿਰਪਾ ਕਰੋ ਸਾਡੇ ਤੇ। ਸੁਨਤ ਬਿਨੈ ਹੋਵੈ ਕਰ ਗਏ ਕਿਰਪਾਲਾ। ਉਹਨਾਂ ਦੀ ਬੇਨਤੀ ਸੁਣ ਕੇ ਕਿਰਪਾ ਦੇ ਘਰ ਸਤਿਗੁਰੂ ਨਾਨਕ ਦੇਵ ਮਹਾਰਾਜ ਦੇਖਦੇ ਪਏ। ਕੋਲ ਖੜੇ ਮਰਦਾਨਾ ਜੀ ਨੇ, ਬਾਬਾ ਜੀ ਨੇ ਕਿਹਾ, ਮਹਾਰਾਜ ਕਰ ਦਿਓ ਕਿਰਪਾ ਖਾਂ, ਮਹਾਰਾਜ ਤੁਹਾਡੀ ਸ਼ਰਨ ਪਏ ਨੇ। ਤੇ ਜਦੋਂ ਭਾਈ ਮਰਦਾਨਾ ਜੀ, ਬਾਬਾ ਜੀ ਨੇ ਬੇਨਤੀ ਕੀਤੀ ਹੈ, ਤੇ ਸਤਿਗੁਰੂ ਮਹਾਰਾਜ ਉਹਨਾਂ ਤੇ ਦਇਆ ਵਰਤਾ ਰਹੇ ਨੇ। ਕਿਰਪਾ ਆ ਗਈ ਮਹਾਰਾਜ ਦੇ ਮਨ ਵਿੱਚ। ਆਪਨ ਦੀਆ ਉਪਦੇਸ਼ ਵਿਸਾਲਾ। ਫਿਰ ਸਤਿਗੁਰੂ ਜੀ ਨੇ ਉਹਨਾਂ ਨੂੰ ਕਿਹਾ, ਭਾਈ ਹੁਣ ਤੁਹਾਨੂੰ ਬਖਸ਼ਾਂਗੇ ਤਾਂ ਹੀ ਜੇ ਸਾਡਾ ਉਪਦੇਸ਼ ਕਮਾਵੋਗੇ। ਕੀ ਉਪਦੇਸ਼ ਹੈ ਸਾਡਾ? ਇਹ ਹੁਣ ਸੁਣੋ। ਸਤਿਨਾਮ ਕੋ ਸਿਮਰਨ ਕਰਨੋ। ਸਦਾ ਹੀ ਹੁਣ ਵਾਹਿਗੁਰੂ ਦੀ ਬੰਦਗੀ ਕਰਨੀ ਹੈ। ਹੁਣ ਆਹ ਜਿਹੜੀ ਤੁਸੀਂ ਇਹ ਦੇਵੀ ਪੂਜਾ ਵਾਲਾ ਕਰਮ ਹੈ ਨਾ, ਕਰਮ ਕਾਂਡ ਹੈ, ਇਹਦਾ ਤਿਆਗ ਕਰ ਦਿਓ ਹੁਣ ਪੱਕੇ ਤੌਰ ਤੇ। ਇਹ ਜੋ ਕੁਰੀਤੀ ਹੈ ਨਾ, ਹੁਣ ਅੱਗੇ ਵਾਸਤੇ ਨਾ ਕਰਿਓ। ਪਹਿਲਾਂ ਜੋ ਕੀਤਾ ਹੈ ਸੋ ਪਾਛੇ ਜੋ ਬੀਤੀ ਸੋ ਬੀਤੀ ਆਗੇ ਸਮਝ ਲਓ ਆਨੰਦ ਲਾਲਾ। ਹੁਣ ਜੋ ਪਹਿਲਾਂ ਹੋ ਗਿਆ ਸੋ ਹੋ ਗਿਆ, ਅੱਗੇ ਵਾਸਤੇ ਹੁਣ ਸਮਝਣਾ ਹੈ। ਇਹ ਕਰਮ ਕਾਂਡ, ਇਹ ਖੋਟੀ ਰੀਤੀ ਮੁੜ ਕੇ ਨਹੀਂ ਕਰਨੀ ਹੈ। ਸਦਾ ਹੀ ਸੱਚੇ ਨਾਮ ਦੇ ਉਪਾਸ਼ਕ ਬਣਨਾ ਹੈ, ਵਾਹਿਗੁਰੂ ਦੇ ਉਪਾਸ਼ਕ ਬਣਨਾ ਹੈ। ਸੰਤ ਸੇਵ ਮਹਿਤ ਉਰ ਧਰਨ। ਤੇ ਸਦਾ ਹੀ ਸੰਤਾਂ ਭਗਤਾਂ ਗੁਰਸਿੱਖਾਂ ਦੀ ਸੇਵਾ ਕਰਨ ਵਿੱਚ ਚਿੱਤ ਨੂੰ ਲਾਉਣਾ ਹੈ। ਇਹ ਫੋਕਟ ਕਰਮ, ਇਹਨਾਂ ਵਿੱਚ ਕਿਸੇ ਨੇ ਸੁੱਖ ਨਹੀਂ ਪਾਇਆ ਹੈ। ਜੇ ਤੁਸੀਂ ਅੱਜ ਕਿਸੇ ਨੂੰ ਮਰਾਉਂਦੇ ਹੋ, ਕੱਲ੍ਹ ਨੂੰ ਤੁਹਾਡੀ ਵਾਰੀ ਆਵੇਗੀ। ਤਾਈਓ ਕਿ ਕਬੀਰ ਜੀ ਨੇ ਕਿਹਾ ਹੈ ਨਾ, ਕਬੀਰ ਖੂਬ ਖਾਣਾ ਖੀਚੜੀ, ਜਾਵੈ ਅੰਮ੍ਰਿਤ ਲੋਨ, ਤੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਥੋੜ੍ਹੀ ਜਿਹੀ ਮਾਸ ਦੀ ਬੁਰਕੀ ਵਾਸਤੇ ਅਸੀਂ ਕਿਉਂ ਆਪਣਾ ਗਲਾ ਕਟਾਵਾਂਗੇ ਅਗਲੇ ਜਨਮ ਵਿੱਚ। ਸਤਿਗੁਰੂ ਕਹਿਣ ਲੱਗੇ, ਇਹ ਫੋਕਟ ਕਰਮਾਂ ਵਿੱਚ ਕਿਸੇ ਨੇ ਸੁੱਖ ਨਹੀਂ ਪਾਇਆ ਹੈ। ਤਾਂ ਕਰਕੇ ਤੁਸੀਂ ਸਦਾ ਹੀ ਵਾਹਿਗੁਰੂ ਦੇ ਗੁਣ ਗਾਵੋ। ਉਸ ਵਾਹਿਗੁਰੂ ਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ ਹੈ, ਉਹਨੂੰ ਸਾਰੇ ਸੁੱਖ ਮਿਲ ਜਾਂਦੇ ਹੈ।
जिसने वाहिगुरु का नाम जपिया। भूपत दाहो बहुर कर वायो। फिर तां राजे दे जो शरीर है ਉਹਦੀ ਲਾਸ਼ है उसकी देह का संस्कार कराया। सिंघासन नृप सुत बैठायो। ते सिंघासन ते राजे की राजगद्दी ते ਉਹਦੇ पुत्र ਨੂੰ बिठा दिता। ਉਹ राजगद्दी का तिलक हुण पुत्र ਨੂੰ मिल गया। दोहरा नाम धर्म जस राखियो राज तिलक को दे। सतगुरु जी ने ਹੁਣ ਉਹਦਾ ਨਾਮ ਤਖੱਲਸ ਵਜੋਂ ਧਰਮ ਜਸ ਦਾ ਕੀਤਾ ਹੈ। ਜਿਵੇਂ ਅਕਬਰ ਦਾ ਨਾਮ ਵੈਸੇ ਜਲਾਲੂਦੀਨ ਸੀ, ਜਿਵੇਂ ਜਹਾਂਗੀਰ ਦਾ ਨਾਮ ਵੈਸੇ ਸਲੀਮ ਸੀ, ਇਸ ਤਰ੍ਹਾਂ ਇਹਦਾ ਨਾਮ ਤੇ ਪਹਿਲਾਂ ਹੋਰ ਸੀ, ਪਰ ਤਖੱਲਸ ਵਜੋਂ ਤਖੱਲਸ ਹੁੰਦਾ ਹੈ ਜੋ ਕਿਸੇ ਦੇ ਨਾਮ ਨਾਲ ਇੱਕ ਅਹੁਦਾ ਲਾ ਦੇਣਾ। ਜਿਵੇਂ ਔਰੰਗਜ਼ੇਬ ਦਾ ਨਾਮ ਤੇ ਹੋਰ ਸੀ, ਪਰ ਉਹਦਾ ਨਾਮ ਉਹਨੇ ਆਪ ਤਖਤ 'ਤੇ ਬੈਠਦਿਆਂ ਹੋਇਆਂ ਆਪ ਰੱਖ ਲਿਆ ਸੀ। ਇਹ ਤਖੱਲਸ ਸਤਿਗੁਰੂ ਜੀ ਨੇ ਇਹਨੂੰ ਦੇ ਦਿੱਤਾ ਧਰਮ ਜਸ। ਧਰਮ ਜਸ ਨਾਮ ਇਹਦਾ ਰੱਖ ਦਿੱਤਾ ਤੇ ਫਿਰ ਰਾਜ ਗੱਦੀ 'ਤੇ ਉਹਦਾ ਪੁੱਤਰ ਬੈਠ ਗਿਆ। ਸੁੰਦਰ ਧਰਮਸਾਲ ਰਚੀ ਕੀਰਤ ਤਾਹਾਂ ਕਰੇ। ਫਿਰ ਤਾਂ ਉੱਥੇ ਇੱਕ ਧਰਮਸਾਲ ਬਣ ਗਈ। ਧਰਮਸਾਲ ਗੁਰਦੁਆਰੇ ਨੂੰ ਕਿਹਾ ਜਾਂਦਾ ਸੀ, ਜਿੱਥੇ ਪ੍ਰਭੂ ਦਾ ਜਸ ਹੋਵੇ, ਪ੍ਰਭੂ ਦੇ ਗੁਣ ਗਾਏ ਜਾਣ, ਵਾਹਿਗੁਰੂ ਦੇ ਗੁਣ ਗਾਏ ਜਾਣ, ਉਹਨੂੰ ਧਰਮਸਾਲ ਕਿਹਾ ਜਾਂਦਾ। ਕਹਿਣ ਲੱਗੇ ਧਰਮਸਾਲ ਬਣ ਗਈ ਉੱਥੇ। ਨਿਤਾ ਪ੍ਰਤੀ ਦਿਨ ਰਾਤ ਸਵੇਰੇ ਸ਼ਾਮ ਸੰਗਤਾਂ ਜੁੜਨ ਲੱਗੀਆਂ। ਪ੍ਰਜਾ ਦੇ ਲੋਕ ਸਾਰੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ। ਮਨ ਦੀ ਵਸੁਦੀਵ ਰਖੋ ਆਪਣਾ ਸਤ ਨਾਮ ਨਿਰੰਤਰ ਹੀ ਨਿਵਦਾਵੋ। ਸਤਿਗੁਰੂ ਜੀ ਨੇ ਹੁਣ ਉਪਦੇਸ਼ ਦਿੱਤਾ ਹੈ ਕਿ ਭਾਈ ਇਕੱਲਾ ਸਿਮਰਨ ਨਹੀਂ ਕਰਨਾ ਹੈ। ਹੁਣ ਇਹਦੇ ਨਾਲ ਤੁਸੀਂ ਜਿਵੇਂ ਕੋਈ ਆਦਮੀ ਘਿਓ ਖਾਈ ਜਾਵੇ ਤੇ ਫਿਰ ਉਹਦੇ ਨਾਲ ਦੰਡ ਬੈਠਕ ਇਤਿਆਦਿ ਕੋਈ ਕਰਮ ਹੀ ਨਾ ਕਰੇ, ਉਹ ਫਿਰ ਘਿਓ ਪਚਦਾ ਨਹੀਂ। ਇਸੇ ਤਰ੍ਹਾਂ ਇਕੱਲਾ ਨਾਮ ਜਪੋਗੇ, ਨਾਲ ਕੋਈ ਮਰਜ਼ਾਦਾ ਨਾ ਰੱਖੀ, ਗੁਰੂ ਦੇ ਉਪਦੇਸ਼ ਨੂੰ ਧਾਰਿਆ ਨਾ, ਉਹ ਫਿਰ ਨਾਮ ਹਿਰਦੇ 'ਚ ਨਹੀਂ ਟਿਕੇਗਾ, ਸਗੋਂ ਹੰਕਾਰ ਹਿਰਦੇ ਵਿੱਚ ਪ੍ਰਗਟ ਹੋਵੇਗਾ। ਸਤਿਗੁਰੂ ਕਹਿਣ ਲੱਗੇ ਇਕੱਲਾ ਨਾਮ ਨਹੀਂ ਜਪਣਾ, ਹੁਣ ਨਾਮ ਜਪਦਿਆਂ ਇੱਕ ਹੋਰ ਵੀ ਕੁਛ ਕਰਨਾ ਹੈ। ਕੀ ਕਰਨਾ ਹੈ? ਮਨ ਹਮੇਸ਼ਾ ਨੀਵਾ ਰੱਖਣਾ ਹੈ, ਸਦਾ ਨਿਮ ਕੇ ਰਹਿਣਾ ਹੈ। ਕਦੇ ਮਾਣ ਨਹੀਂ ਕਰਨਾ ਆਪਣੇ ਗੁਣਾਂ ਦਾ, ਆਪਦੀ ਪ੍ਰਭਤਾ ਦਾ ਮਾਣ ਕਦੇ ਨਹੀਂ ਕਰਨਾ ਹੈ। ਜੇਕਰ ਤੁਹਾਨੂੰ ਕੋਈ ਲੋਕ ਸਲਾਹੁਣ ਲੱਗ ਪੈਣ ਤੇ ਇਹੋ ਹੀ ਕਹਿਣਾ ਵਾਹਿਗੁਰੂ ਦੀ ਕਿਰਪਾ ਹੈ, ਮੇਰੇ ਪੱਲੇ ਕੁਛ ਨਹੀਂ ਹੈ। ਇਹ ਨਹੀਂ ਕਹਿਣਾ ਹੈ ਮੈਂ ਬੜੀ ਮਿਹਨਤ ਕੀਤੀ ਸੀ ਤਾਂ ਮੈਨੂੰ ਇਹ ਫਲ ਲੱਗਾ ਹੈ। ਮਨੁੱਖ ਦੀ ਜ਼ੁਬਾਨ 'ਤੇ ਆ ਹੀ ਜਾਂਦਾ ਹੈ। ਜਰਾ ਕਿਸੇ ਨੇ ਵਡਿਆਈ ਦੇ ਦਿੱਤੀ ਫਿਰ ਤਾਂ ਭੁੱਲ ਹੀ ਜਾਂਦਾ ਹੈ ਮੈਂ ਕੌਣ ਹਾਂ ਤੇ ਤੂੰ ਕੌਣ ਹਾਂ। ਵੱਡੇ ਵੱਡੇ ਹੰਕਾਰੀ ਜਗਤ ਵਿੱਚ ਦੇਖੇ ਜਾਂਦੇ ਆ, ਕਹਿੰਦਾ ਮੇਰੇ ਵਰਗਾ ਕੌਣ, ਮੇਰੇ ਵਰਗਾ ਹੈ ਕੋਈ ਨਹੀਂ ਹੈ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਕਿ ਸਦਾ ਨੀਵੇਂ ਰਹਿਣਾ ਹੈ, ਸਦਾ ਵਾਸਤੇ ਆਪਣਾ ਸਤਿਨਾਮ ਨਿਰੰਤਰ ਹੀ ਲਿਵ ਲਾਵਹੁ। ਸਦਾ ਹੀ ਸੱਚੇ ਨਾਮ ਵਿੱਚ ਫਿਰ ਲਿਵ ਲਾਉਣੀ ਹੈ। ਜਿਵੇਂ ਕੱਲਾ ਕਰਮ ਕਰੀ ਜਾਣਾ ਵਿੱਚ ਪ੍ਰੇਮ ਨਾ ਹੋਇਆ ਤੇ ਰਸ ਨਹੀਂ ਆਵੇਗਾ। 36 ਪ੍ਰਕਾਰ ਦੇ ਭੋਜਨ ਬਣੇ ਹੈ, ਵਿੱਚ ਨਮਕ ਨਾ ਹੋਇਆ ਤੇ ਸਾਰੇ ਲੋਕ ਕਹਿਣਗੇ ਭੋਜਨ ਸਵਾਦ ਹੀ ਨਹੀਂ ਹੈ। ਇਸੇ ਤਰ੍ਹਾਂ ਸਾਰੇ ਕਰਮ ਕਰਦਿਆਂ ਹੋਇਆਂ ਜੇਕਰ ਪ੍ਰੇਮ ਨਹੀਂ ਹੈ, ਜੇਕਰ ਸ਼ਰਧਾ ਨਹੀਂ ਹੈ, ਸਾਰਾ ਪਾਠ ਪੂਜਾ ਸਾਨੂੰ ਆਪਣੇ ਆਪ ਲੱਗੇਗਾ ਮੇਰੇ ਪਾਠ ਦਾ ਫਲ ਨਹੀਂ ਮੈਨੂੰ ਮਿਲ ਰਿਹਾ ਹੈ। ਸਾਨੂੰ ਆਪਣੇ ਆਪ ਹੈ ਸਮਝ ਆ ਜਾਏਗੀ ਮੇਰੀ ਕਿਤੇ ਨਾ ਕਿਤੇ ਕੋਈ ਗੱਲ ਹੈ, ਮੈਂ ਕੁਝ ਗਲਤੀ ਕਰਦਾ ਪਿਆ ਹਾਂ ਵਾਰ-ਵਾਰ। ਉਹ ਗਲਤੀ ਨੂੰ ਸੁਧਾਰ। ਗਲਤੀ ਕਿਹੜੀ ਹੈ? ਜਾਂ ਤੇ ਤੂੰ ਖਾਮਖਾਹ ਹੰਕਾਰ ਵਿੱਚ ਧਾਰਿਆ ਹੈ ਮਨ ਦੇ, ਜਾਂ ਤੂੰ ਕਿਸੇ ਦਾ ਦਿਲ ਦੁਖਾ ਰਿਹਾ ਹੈ, ਜਾਂ ਤੇ ਤੂੰ ਸੰਤਾਂ ਭਗਤਾਂ ਦੀ ਨਿੰਦਾ ਪਿਆ ਕਰਦਾ ਹੈ। ਕੁਝ ਨਾ ਕੋਈ ਤੂੰ ਕਰ ਰਿਹਾ ਹੈ ਜਿਸ ਕਰਕੇ ਤੇਰੇ ਅੰਦਰ ਨਾਮ ਨਹੀਂ ਟਿਕਦਾ ਪਿਆ। ਨਹੀਂ ਤੇ ਨਾਮ ਜਪਿਆ ਕਦੇ ਵਾਸਤੇ ਮਨੁੱਖ ਦੁਖੀ ਨਹੀਂ ਹੋ ਸਕਦਾ। ਉਹਦੇ ਤੇ ਜਿਹੜੇ ਹੈ ਹਿਰਦੇ ਅੰਦਰ ਚਾਨਣ ਹੋ ਜਾਂਦਾ ਹੈ, ਸੁੱਖ ਹੀ ਸੁੱਖ ਦਿਸਦਾ ਹੈ, ਦੁੱਖ ਤੇ ਭੁੱਲ ਹੀ ਜਾਂਦਾ ਹੈ। ਪਰ ਇੱਕ ਵਾਰੀ ਚੱਲੇ ਤੇ ਸਹੀ ਕੋਈ। ਹਾਂ, ਜਿਹੜੀਆਂ ਸਾਡੀਆਂ ਪੁਰਾਣੀਆਂ ਆਦਤਾਂ ਨੇ, ਸੰਸਕਾਰ ਨੇ, ਉਹ ਜਾਣ ਲੱਗਿਆਂ ਥੋੜ੍ਹਾ ਦੁੱਖ ਹੋਏਗਾ, ਕਿਉਂਕਿ ਜਿਹੜੇ ਸੰਸਕਾਰ ਹੈ ਸਾਡੇ ਅੰਦਰ ਉਹ ਜਦੋਂ ਜਾਣਗੇ ਉਹਨਾਂ ਨੇ ਮਜਬੂਰ ਤੇ ਸਾਨੂੰ ਕਰਨਾ ਹੈ। ਇਸ ਵਾਸਤੇ ਬੰਦਾ ਆਦਤ ਨਹੀਂ ਛੱਡਦਾ ਆਪਦੀ। ਆਦਤ ਤੋਂ ਬੱਝਾ ਮਨੁੱਖ ਰੋਜ਼ ਉਹ ਕਰਮ ਕਰਦਾ ਹੈ। ਸਵੇਰੇ ਪਾਠ ਕਰਦਾ ਹੈ, ਸ਼ਾਮ ਨੂੰ ਗਲਾਸੀ ਫੜੀ ਹੁੰਦੀ ਹੈ। ਸਵੇਰੇ ਪਾਠ ਪਿਆ ਕਰਦਾ ਹੈ, ਸ਼ਾਮ ਨੂੰ ਦੁਰਾਚਾਰ ਕਰਦਾ ਪਿਆ ਹੈ। ਤਾਂ ਕਰਕੇ ਮਨੁੱਖ ਅੱਗੇ ਨਹੀਂ ਵੱਧਦਾ ਪਿਆ ਹੈ। ਉਹ ਹੀ ਬੁਰੀਆਂ ਆਦਤਾਂ, ਬੁਰੇ ਸੰਸਕਾਰ ਛੱਡਣੇ ਨਹੀਂ ਚਾਹੁੰਦਾ ਹੈ।
क्योंकि संस्कार भी अपना घर बना के बैठे है। वो भी कहते भी तू साडा है, नाम तो अंदर आना चाहता है पर संस्कार नहीं हिरदे चो जाते हैं। तो सदा वाहिगुरू के गुण गा, सतसंगत सो नित भाव तरु, तिन संगम सो मैं नित काल बितावहु। सदा ही सत संगत में जाया करो, सवेरे शाम तुसी साध संगत करनी है। ਇਹ सतगुरु जी राजे के सुपुत्र ਨੂੰ ਕਹਿੰਦੇ ਪਏ ਹੈ, ਕਹਿੰਦੇ ਸਾਧ ਸੰਗਤ ਨਾਲ ਪ੍ਰੇਮ ਲਗਾਉਣਾ ਹੈ, ਕਿਸੇ ਮਨੁੱਖ ਨਾਲ ਨਹੀਂ ਬਲਕਿ ਸਮੂਹ ਗੁਰਸਿੱਖਾਂ ਨਾਲ ਪ੍ਰੇਮ ਬਣਾਉਣਾ ਹੈ ਆਪਣਾ। ਤਾਂ ਕਰਕੇ ਉਹ ਪ੍ਰੇਮ ਦੇ ਕਰਕੇ ਸੰਸਾਰ ਦੇ ਸਾਰੇ ਬੰਧਨ ਛੁੱਟਣਗੇ। ਤਬ ਹੋਏ ਸਿੱਖੀ ਗੁਰ ਕੀ ਸ਼ੁਭ, ਪ੍ਰਾਪਤ ਜੇ ਸਭ ਬੈਨ ਸਦੀਵ ਕਮਾਵਹੁ। ਇਹ ਜਿਹੜੇ ਕਰਮ ਹੈ ਨਾ ਤੇਰੇ ਤਾਈਂ ਦੱਸੇ ਹੈ कि पाठ भी करना है, नाम भी जपना है, साध संगत भी करनी है, तो नीवा हो के भी चलना है। ऐ जे मुख मुख उपदेश तुसीं धार ले ना तो फिर कदे दुखी नहीं होवोगे, सदा ही सुखी होवोगे। पर जेकर सोचिया कोई नहीं बाद में समझ आवांगे, कोई नहीं बड़ी उम्र पई है, हले तो जवानी है, हले तो बड़ा समा पिया है, जब इस चक्कर में पै के इन्हां कर्मां दा त्याग कीता फिर तू दुखी रहेगा सदा, सदा दुख नूं पावेगा। दोहरा कितक दिवस रह कर तहां, भल उपदेश दृढ़ाए। किन्ने क दिन सतगुरु महाराज उधर अफगानिस्तान वल महाराज रहे है, उन्होंने उपदेश दृढ़ा के ते फिर पहुँचे। विदा होए गमने प्रभु आम थान सत पाए। फिर उथों महाराज जी चल पे है, सारे सिखा ने महाराज को क्या है, महाराज कुछ समा होर रहो, महाराज कृपा करो, कुछ समा साडे ते होर कृपा वरतावो। तो सतगुरु कह लगे कि तुसीं निदा प्रति साध संगत जाया करो, उत्थे साडे दर्शन होया करनगे तुहानूं। तो फिर संगत नूं चैन आया है, संतुष्ट हो गए। फिर सतगुरु महाराज उस जगह तो अगले पड़ाव से गए। चौपई पहुँचे रम्मक खंड गुसाई। फिर सतगुरु महाराज रम्मक खंड विखे पहुँच गए है। उज़बेकिस्तान ये भी इस्लाम का ही देश है। इत्थे जदों सतगुरु पहुँचे है रम्मक खंड विखे, पुर समीप बैसत भेज आई। वो पिंड दे बाहर सतगुरु कुछ दूरी ते बैठ गए जाके, कीर्तक मनुज तां चले आए। कुछ क मनुख शरधावान जिहड़े सी वो सतगुरां नूं देख के ते कोल आ गए। जान संत निज सीस झुकाए। ते संत जान के सतगुरां नूं, क्योंकि पुराना समा पहलां भी जिक्र करदे, उदों मनुख दे अंदर इन्नियां विचारां नहीं सी, संशय बिरती बहुत घट सी। सो किते भी मनुख सिर झुकाउण विच डर नहीं सी रखदा, क्योंकि उन्हां नूं पता सी भी भगत जनां दा समा है। सो जिथे भी उन्होंने लगता सी कोई करामाती है, कोई संत जापदा, सिर झुका दिंदे सी ते झुकाउण विच जांदा भी कुछ नहीं सी उन्हां दा। अज ते मनुख नूं संशय बड़ा पै गया है। जिथे झुकाउणा है गुरु साहिब, गुरु ग्रंथ साहिब ते, उत्थे ते झुकाउण लग्गिया कई तरह के असीं संशय करते हैं। नहीं गुरु ते ज्ञान स्वरूप है, नहीं गुरु ते ज्ञान देण वाला है, तो जिहड़ा ज्ञान देण वाला है फिर उहनूं सिर झुकाउण विच की अड़चन है सानूं? फिर क्यों असीं ये घबराउने हाँ? पर जिन्होंने नहीं टिकना चाहिए मत्था, जिहड़ा एक व्यवहार है साडा, उपचार है, उन्होंने असीं करी जाते हाँ, उत्थे ते वार वार असीं जाते हाँ। तो सतगुरु सच्चे पातशाह नूं वो देख के मनुखा ने बिना संशय तो संत जान के ते मत्था टेक दिता। निकट बिलोक तिन्ह जगतेशा। उन्होंने कोल बैठिया देख के ना सतगुरु जी ने समा देखिया भी बंदे भले जापदे है, इन्हां दे हिरदे अंदर छेती उपदेश धारिया जाएगा। तो सतगुरु जी ने उस वेले तत्क्षण बिना ही देरी तो उन्होंने नाम दृढ़ करा दिता। कह लगे देत भए श्रेष्ठ उपदेशा। कह लगे ऐ मनुख जनो तुहाडा गुरु केड़ा है, किनू मनदे हो, किहदे उपासक हो? उन्हें आख्या सच्चे पातशाह असीं ते संसार की किरत विरत करते पए हाँ, सानू तो पता नहीं है भी नाम की विधि की है, किवें जपिया जाना चाहिए है। दुखी तो बड़े हाँ पर पता नहीं है सुख किवें मिले। सुख की लालसा तो साडे हिरदे विच है।
ਤੇ ਸਤਿਗੁਰੂ ਉਹਨਾਂ ਤੇ ਤਰਸ ਕਰਕੇ ਕਹਿਣ ਲੱਗੇ, ਸਤਿਨਾਮ ਸਿਮਰੋ ਦਿਨ ਰਾਤੀ, ਸਦਾ ਹੀ ਸੱਚਾ ਨਾਮ ਵਾਹਿਗੁਰੂ ਦਿਨ ਰਾਤ ਜਪਦੇ ਰਹੋ। ਦਿਨ ਰਾਤ ਇਹਦਾ ਅਲਾਪ ਕਰਦੇ ਰਹੋ। ਸੰਤ ਸੇਵ ਕਰ ਪ੍ਰੀਤ ਸੁਖਾਤੀ, ਸੰਤਾਂ ਭਗਤਾਂ ਦੀ ਸੇਵਾ ਕਰਦੇ ਰਹੋ। ਇਹ ਮਨੁੱਖ ਦੇ ਮਨ ਵਿੱਚ ਬਿਨਾਂ ਹੀ ਕਾਰਨ ਤੋਂ ਇੱਕ ਗੱਲ ਆ ਜਾਏਗੀ ਕਿ ਸਤਿਗੁਰੂ ਵਾਰ-ਵਾਰ ਇੱਕੋ ਉਪਦੇਸ਼ ਕੋ ਦਿੰਦੇ ਆ, ਹੋਰ ਕੁਛ ਨਹੀਂ ਕਹਿੰਦੇ ਕਿਉਂ ਨਾ, ਪਰ ਮੂਲ ਤਾਂ ਸਤਿਗੁਰੂ ਦੱਸ ਦਿੰਦੇ ਆ। ਬਾਕੀ ਜਿਹੜੀ ਵਾਰਤਾਲਾਪ ਹੋਈ ਹੋਵੇਗੀ ਉਹ ਕਵੀ ਜੀ ਵੀ ਨਹੀਂ ਦੱਸ ਸਕਦੇ, ਕਿਉਂਕਿ ਸਤਿਗੁਰੂ ਮਹਾਰਾਜ ਜੋ ਕੁਛ ਕਰਦੇ ਹੈ ਉਹ ਕਿਹੜੀ ਕਲਮ ਹੈ, ਉਹ ਕਿਹੜਾ ਮਨੁੱਖ ਹੈ ਜਿਹੜਾ ਬਿਆਨ ਕਰ ਸਕੇ। ਕਿਉਂਕਿ ਕੌਡੇ ਵਰਗੇ ਰਾਖਸ਼ ਨੂੰ ਸੁਧਾਰਨਾ ਕਿਤੇ ਮਾਮੂਲੀ ਬੰਦੇ ਦਾ ਕਰਮ ਨਹੀਂ ਹੈ, ਕਿਤੇ ਇਹੋ ਜਿਹੇ ਮਨੁੱਖਾਂ ਨੂੰ ਸਮਝਾਉਣਾ ਕੋਈ ਆਮ ਬੰਦੇ ਦੀ ਖੇਡ ਨਹੀਂ ਹੈ। ਹਾਰੀ ਸਾਰੀ ਤੇ ਇਹੋ ਜਿਹੇ ਮਨੁੱਖਾਂ ਤੇ ਕੋਲੋਂ ਉੱਦਾਂ ਡਰਦਾ ਨਹੀਂ ਜਾਂਦਾ ਹੈ। ਫਿਰ ਬੇਗਾਨੇ ਦੇਸ਼ ਵਿੱਚ ਜਾ ਕੇ ਉਹ ਬੋਲੀ ਬੋਲਣੀ। ਜੇ ਸਤਿਗੁਰੂ ਅਰਬ ਦੇਸ਼ ਵਿੱਚ ਗਏ ਤੇ ਉਹੋ ਜਿਹੀ ਬੋਲੀ ਬੋਲਦੇ ਹੈ, ਜੇ ਮਹਾਰਾਜ ਰੂਸ ਵਿੱਚ ਗਏ ਤੇ ਉਹੋ ਜਿਹਾ ਵਿਵਹਾਰ, ਉਹੋ ਜਿਹੀ ਬੋਲੀ, ਉਹੋ ਜਿਹੇ ਕੱਪੜੇ। ਇਹ ਆਮ ਮਨੁੱਖ ਦਾ ਕਰਮ ਨਹੀਂ ਹੋ ਸਕਦਾ। ਤੇ ਸਤਿਗੁਰੂ ਜੀ ਨੇ ਪਤਾ ਨਹੀਂ ਹੋਰ ਕੀ ਕੀ ਗਿਆਨ ਦੇ ਐਸੇ ਸਾਧਨ ਦੱਸੇ ਹੋਣਗੇ। ਮੂਲ ਤਾਂ ਸਤਿਗੁਰੂ ਜੀ ਦਾ ਉਪਦੇਸ਼ ਕਵੀ ਜੀ ਦੱਸ ਦਿੰਦੇ ਹੈ ਵੀ ਸਤਿਗੁਰੂ ਜੀ ਨੇ ਕਿਹਾ, ਭਾਈ ਨਾਮ ਜਪੋ, ਨਾਮ ਜਪਦੇ ਰਿਹਾ ਕਰੋ ਦਿਨ ਰਾਤ, ਤੇ ਸੰਤਾਂ ਭਗਤਾਂ ਦੀ ਸੇਵਾ ਕਰਦੇ ਰਿਹਾ ਕਰੋ। ਕਿਉਂਕਿ ਇਹ ਦੋ ਮੁੱਖ ਉਪਦੇਸ਼ ਹੈ। ਬਾਕੀ ਇਹਨਾਂ ਉਪਦੇਸ਼ਾਂ ਨੂੰ ਕਮਾਉਂਦਿਆਂ ਹੋਇਆਂ ਬਾਕੀ ਬੋਧ ਆਪਣੇ ਆਪ ਹੋ ਜਾਏਗਾ। ਇਹ ਮੂਲ ਹੈ। ਬਾਕੀ ਇਹਦੇ ਟਾਹਣੇ ਪੱਤਰੇ ਫੁੱਲ ਫਲ ਇਹ ਆਪਣੇ ਆਪ ਪ੍ਰਵਿਰਤ ਹੋ ਜਾਣਗੇ। ਪਹਿਲਾਂ ਤੇ ਤੂੰ ਇਹ ਚੇਤੇ ਰੱਖ ਕੇ ਨਾਮ ਜਪਣਾ ਹੈ। ਕਿਉਂਕਿ ਕਈ ਵਾਰ ਬੰਦਾ ਉਲਝ ਜਾਂਦਾ ਹੈ ਨਾ, ਇਸ ਵਾਸਤੇ ਇਹ ਯਾਦ ਰੱਖਣਾ ਹੈ ਕਿ ਨਾਮ ਤੋਂ ਬਿਨਾਂ ਖਲਾਸੀ ਨਹੀਂ ਹੈ। ਕਈ ਵਾਰੀ ਮਨੁੱਖ ਇਹ ਸੋਚਣ ਲੱਗ ਪੈਂਦਾ ਹੈ ਕਿ ਖੌਰੇ ਮੈਂ ਇਕੱਲੀ ਸੇਵਾ ਕਰ ਲੈਂਦਾ ਹਾਂ। ਕਈ ਵਾਰੀ ਸੋਚਦਾ ਹੈ ਖੌਰੇ ਮੈਂ ਉਸੇ ਤਰ੍ਹਾਂ ਤੀਰਥ ਇਸ਼ਨਾਨ ਕਰ ਲੈਂਦਾ ਹਾਂ, ਮੈਂ ਦਰਬਾਰ ਸਾਹਿਬ ਜਾ ਕੇ ਨਹਾ ਆਉਂਦਾ ਹਾਂ, ਜਾਂ ਮੈਂ ਹੋਰ ਕਿਧਰੇ ਗੁਰੂ ਅਸਥਾਨਾਂ 'ਤੇ ਮੱਥਾ ਟੇਕ ਲੈਂਦਾ ਤਾਂ ਮੇਰੀ ਕਲਿਆਣ ਹੋਵੇਗੀ। ਤਾਂ ਕਰਕੇ ਸਤਿਗੁਰੂ ਵਾਰ-ਵਾਰ ਇਹ ਉਪਦੇਸ਼ ਦਿੰਦੇ ਹੈ ਕਿ ਇਹ ਭਲੇ ਮਾਨਸਾ, ਇਹ ਕਰਮ ਤੇਰੇ ਵਾਸਤੇ ਲਾਹੇਵੰਦ ਨੇ, ਪਰ ਮੂਲ ਯਾਦ ਰੱਖੀ, ਮੂਲ ਤੋਂ ਨਾ ਉਤਰੀ ਕਿਧਰੇ ਵਾਸਤੇ। ਮੂਲ ਇਹੋ ਹੀ ਆ, ਨਾਮ ਸਦਾ ਹੀ ਜਪਣਾ ਹੈ। ਬਾਕੀ ਕਰਮ ਕਰਦਿਆਂ ਕਰਦਿਆਂ ਲਾਹਾ ਤੇ ਹੈ ਹੀ ਹੈ। ਜਿਵੇਂ ਸਿਫਰਾਂ ਨੇ, ਜੀਰੋ ਨੇ, ਉਹਨਾਂ ਦਾ ਉੱਦਾਂ ਕੋਈ ਮੁੱਲ ਨਹੀਂ ਹੈ, ਪਰ ਜਦੋਂ ਉਹਨਾਂ ਨਾਲ ਗਿਣਤੀ ਲੱਗ ਜਾਏ, ਇੱਕ ਲੱਗ ਜਾਏ, ਜੇ ਇੱਕ ਨਾਲ 10 ਜੀਰੋਆਂ ਲੱਗ ਜਾਣ ਤੇ ਕਿੰਨੀ ਗਿਣਤੀ ਬਣ ਜਾਂਦੀ ਹੈ। ਇਸੇ ਤਰ੍ਹਾਂ ਬਾਕੀ ਕਰਮ ਜਿਹੜੇ ਲਾਹੇ ਵਾਲੇ ਤੇ ਹੈ, ਪਰ ਨਾਮ ਤੋਂ ਬਿਨਾਂ ਕੋਈ ਲਾਹਾ ਨਹੀਂ ਹੈ। ਨਾਮ ਦੇ ਸਹਿਤ ਜੇ ਕਰਮ ਕੀਤੇ, ਜੀਵਾਂ ਦਾ ਭਲਾ ਕੀਤਾ, ਪੁੰਨ ਦਾਨ ਕੀਤਾ, ਸਾਰਾ ਲਾਹੇਵੰਦ ਹੈ। ਪਰ ਇਕੱਲੇ ਪੁੰਨ ਦਾਨ ਵਿੱਚ ਹੀ ਫਸ ਗਏ, ਨਾਮ ਜਪਿਆ ਹੀ ਨਾ, ਫਿਰ ਨਹੀਂ ਕੋਈ ਲਾਹਾ ਮਿਲੇਗਾ। ਫਿਰ ਉੱਥੇ ਹੀ ਫਸੇ ਰਹਾਂਗੇ ਜਿੱਥੇ ਪਹਿਲਾਂ ਸੀ, ਦਲਦਲ ਦੇ ਵਿੱਚ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸਦਾ ਹੀ ਸੰਤਾਂ ਦੀ ਸੇਵਾ ਕਰੋ, ਕੂਕਰ ਦ੍ਰਿਸ਼ਟ ਨ ਕਬ ਮਨ ਧਰਨੀ। ਤੇ ਸਵਾਨ, ਕੂਕਰ ਕਿਸ ਨੂੰ ਕਿਹਾ ਜਾਂਦਾ? ਕੁੱਤੇ ਨੂੰ। ਕਹਿੰਦੇ ਕੁੱਤੇ ਵਾਲੀ ਬਿਰਤੀ ਨਹੀਂ ਧਾਰਨੀ ਹੈ ਕਦੇ ਵਾਸਤੇ। ਕੂਕਰ ਦੀ ਬਿਰਤੀ ਕੀ ਹੈ? ਕੂਕਰ ਦੀ ਵੇਖਣੀ ਨਹੀਂ, ਮਹਾਰਾਜ ਕਹਿੰਦੇ ਧਾਰਨੀ ਹੈ। ਕੁੱਤੇ ਦੀ ਵੇਖਣੀ ਕੀ ਹੈ ਇਹ ਵੀ ਦੱਸਣਗੇ ਅੱਗੇ। ਸ਼ੇਰ ਦ੍ਰਿਸ਼ਟ ਗੁਰਮੁਖ ਹੋਵੇ ਕਰਨੀ, ਤੇ ਸ਼ੇਰ ਵਾਲੀ ਦ੍ਰਿਸ਼ਟੀ ਧਾਰਨੀ ਹੈ। ਬੱਬਰ ਸ਼ੇਰ ਵਾਂਗ ਆਪ ਦਾ ਸੁਭਾਅ ਧਾਰਨਾ ਹੈ। ਇਹ ਦੋਨੋਂ ਗੱਲਾਂ ਬੜੀਆਂ ਅਲੌਕਿਕ ਜੀਆਂ ਸੀ, ਉਹਨਾਂ ਨੂੰ ਸਮਝ ਤੇ ਨਹੀਂ ਆਈ ਹੈ, ਪਰ ਕਹਿੰਦੇ ਹਾਂਜੀ ਠੀਕ ਹੈ ਮਹਾਰਾਜ, ਇਸ ਤਰ੍ਹਾਂ ਕਰਾਂਗੇ। ਸਤਿਗੁਰੂ ਜੀ ਨੇ ਜਦੋਂ ਕਿਹਾ ਤੇ ਫਿਰ ਉਹ ਹੱਥ ਬੰਨ੍ਹ ਕੇ ਕਹਿਣ ਲੱਗੇ, ਹਰਖ ਸੋਗ ਦੁੱਖ ਸੁਖ ਮਹਿ ਤਿਆਗਹੁ। ਕਹਿਣ ਲੱਗੇ ਹਰਖ ਹੋਵੇ ਖੁਸ਼ੀ ਹੋਵੇ, ਸੋਗ ਹੋਏ ਚਿੰਤਾ ਹੋਵੇ, ਦੁੱਖ ਹੋਵੇ ਸੁਖ ਹੋਵੇ, ਇਹ ਦੋਨਾਂ ਤਿੰਨਾਂ ਸਮਿਆਂ ਵਿੱਚ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਇਹ ਯਾਦ ਰੱਖਣਾ ਹੈ, ਸ਼ੇਰ ਦਾ ਸੁਭਾਅ ਧਾਰਨ ਕਰਨਾ ਹੈ, ਕੁੱਤੇ ਵਾਲਾ ਸੁਭਾਅ ਨਹੀਂ ਧਾਰਨ ਕਰਨਾ ਹੈ, ਬੱਬਰ ਸ਼ੇਰ ਦਾ ਸੁਭਾਅ ਧਾਰਨ ਕਰਨਾ ਹੈ। ਉਹ ਸੁਣੀ ਜਾ ਰਹੇ ਹੈ ਪਰ ਬੋਲ ਨਹੀਂ ਰਹੇ। ਕਰੋ ਭਗਤ ਨਿਸਪਾਸ਼ਲ ਜਾਗਹੁ। ਮਹਾਰਾਜ ਕਹਿਣ ਲੱਗੇ ਬਾਕੀ ਸਮੇਂ ਵੀ ਸਾਰੇ ਲਾਹੇਵੰਦ ਹੈ, ਪਰ ਜਿਹੜਾ ਰਾਤ ਦੇ ਚੌਥੇ ਪਹਿਰ ਜਾਗਣਾ ਹੈ ਨਾ, ਹਰ ਅੰਮ੍ਰਿਤ ਵੇਲਾ ਵਰਤੈ ਬੀਜਿਆ ਗੁਰਮੁਖ ਖਾਏ ਖਰਚ ਰਹਿ ਨਿਖੁੱਟੈ ਨਾਹੀ। ਸੋ ਅੰਮ੍ਰਿਤ ਵੇਲੇ ਉੱਠਣਾ ਹੈ, ਰਾਤ ਦੇ ਚੌਥੇ ਪਹਿਰ, ਜਦੋਂ ਨਾਸ ਹੋਣ 'ਤੇ ਆਈ ਹੁੰਦੀ ਹੈ, ਜਦੋਂ ਰਾਤ ਸਮਾਪਤ ਹੋਣ 'ਤੇ ਆਈ ਹੁੰਦੀ ਹੈ, ਤਕਰੀਬਨ ਜਿਹੜੇ 2-3 ਘੰਟੇ ਵੱਜੇ ਹੁੰਦੇ ਹੈ, ਕਿਵੇਂ ਕਿ ਕਹਿ ਦਈਏ ਆਪਾਂ ਰਾਤ ਦੇ 3 ਵਜੇ ਇਹ ਚੌਥਾ ਪਹਿਰ ਸ਼ੁਰੂ ਹੋ ਜਾਂਦਾ ਹੈ। ਕਹਿੰਦੇ ਚੌਥੇ ਪਹਿਰ ਰਾਤ ਨੂੰ ਉੱਠ ਜਾਣਾ ਹੈ ਤੇ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਹੈ।
ਤਾਈਓ ਤੇ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਬਚਨ ਕੀਤਾ ਹੈ ਕਿ ਸਿੱਖ ਕਦੇ ਭੁੱਲ ਹੀ ਨਾ ਜਾਵੇ, ਗੁਰਸਿੱਖ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰਿ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੈ ਅੰਮ੍ਰਿਤ ਸਰਨਾਵੈ। ਇਹ ਸਤਿਗੁਰੂ ਜੀ ਨੇ ਵਾਰ-ਵਾਰ ਤਾਂ ਕਿਹਾ ਹੈ ਕਿ ਕਿਤੇ ਭੁੱਲ ਹੀ ਨਾ ਜਾਏ ਬੰਦਾ, ਸੰਸ਼ਾ ਹੀ ਨਾ ਕਰੇ ਕਿ ਕੋਈ ਗੱਲ ਨਹੀਂ ਇਤਿਹਾਸ 'ਚ ਲਿਖਿਆ ਹੈ, ਗੁਰਬਾਣੀ 'ਚ ਤੇ ਨਹੀਂ ਲਿਖਿਆ ਹੈਗਾ। ਕਈ ਵਾਰੀ ਬੰਦੇ ਇਹੋ ਜਿਹੇ ਵੀ ਹੁੰਦੇ ਆ, ਉਹ ਇਤਿਹਾਸ 'ਚ ਸੰਸ਼ਾ ਕਰ ਦਿੰਦੇ, ਨਹੀਂ ਇਤਿਹਾਸ ਦੀ ਗੱਲ ਹੋਰ ਹੈ, ਬਾਣੀ ਦੀ ਹੋਰ ਹੈ। ਪਰ ਕਿਉਂ ਭਾਈ, ਇਤਿਹਾਸ ਵੀ ਤਾਂ ਗੁਰੂ ਦਾ ਹੀ ਹੈ। ਜੇ ਤੁਸੀਂ ਇਤਿਹਾਸ ਨੂੰ ਨਹੀਂ ਮੰਨਦੇ ਹੋ ਤੇ ਗੁਰੂ ਨੂੰ ਕਿਵੇਂ ਮੰਨਦੇ ਹੋਵੋਗੇ? ਜੇ ਇਤਿਹਾਸ ਨੂੰ ਨਹੀਂ ਮੰਨਦੇ ਫਿਰ ਦੱਸੋ ਬਾਣੀ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਆਉਂਦਾ ਹੈ? ਦੱਸੋ ਭਲਾ ਫਿਰ ਗੁਰਬਾਣੀ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਾਂ ਬਾਕੀ ਗੁਰੂਆਂ ਦਾ ਨਾਮ ਕਿੱਥੇ ਆ ਰਿਹਾ ਹੈ? ਕਿੱਥੋਂ ਪਤਾ ਲੱਗਦਾ ਹੈ ਗੁਰੂ ਸਾਹਿਬ ਹੋਏ ਹੈ? ਕੋਈ ਵੀ ਕਹਿ ਸਕਦਾ ਹੈ ਕਿ ਗੁਰੂ ਸਾਹਿਬ ਤਾਂ ਹੋਏ ਨਹੀਂ ਹੈ, ਫਿਰ ਕੀ ਕਰਾਂਗੇ? ਇਤਿਹਾਸ ਜ਼ਰੂਰੀ ਹੈ। ਆਪ ਦੀਆਂ ਸਾਰੀਆਂ ਤਵਾਰੀਖਾਂ ਇਹ ਸਾਨੂੰ ਸਮਝਾਉਂਦੀਆਂ ਨੇ ਵੀ ਤੇਰੇ ਅੰਦਰ ਸ਼ਰਧਾ ਆਏ। ਇਤਿਹਾਸ ਤਾਂ ਬਣਿਆ ਹੈ ਕਿ ਉਹਨਾਂ ਮਨੁੱਖਾਂ ਵੱਲ ਵੇਖ ਕੇ ਜਿਨ੍ਹਾਂ ਨੇ ਬੁਰੇ ਕਰਮ ਕੀਤੇ ਸੀ ਤੇ ਸਤਿਗੁਰਾਂ ਦਾ ਆਸਰਾ ਤੱਕ ਕੇ ਉਹ ਵੀ ਮੁਕਤ ਹੋ ਗਈ ਸੀ, ਉਹਨਾਂ ਵੱਲ ਵੇਖ ਕੇ ਤੇਰੇ ਮਨ ਅੰਦਰ ਵੀ ਉਤਸ਼ਾਹ ਜਾਗੇ। ਕਿਤੇ ਚਿੰਤਾ ਵਿੱਚ ਨਾ ਪਿਆ ਰਹੀ ਵੀ ਮੈਂ ਤੇ ਪਾਪੀ ਹਾਂ, ਮੈਨੂੰ ਸਤਿਗੁਰੂ ਕਿਵੇਂ ਬਖਸ਼ ਸਕਦੇ ਹੈ। ਪਰ ਸਤਿਗੁਰੂ ਮਹਾਰਾਜ ਭਗਤ ਪਾਵਨ ਹੈ ਨਾ, ਇਹ ਸਤਿਗੁਰ ਦਾ ਬਿਰਧ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜੋ ਸ਼ਰਨ ਆ ਜਾਏ ਉਹਨੂੰ ਕੰਠ ਵਿੱਚ ਲਾਉਣਾ, ਇਹ ਸਤਿਗੁਰ ਦਾ ਸੁਭਾਅ ਹੈ। ਸੁਣ ਕਰ ਬੂਝਣ ਲੱਗੇ ਸੋ ਮਾਨਵ, ਸੁਣ ਕੇ ਨਾ ਉਹ ਮਨੁੱਖ ਬੇਨਤੀ ਕਰਨ ਲੱਗੇ ਸਤਿਗੁਰਾਂ ਨੂੰ, ਕਹਿੰਦੇ ਤੁਸੀਂ ਕਿਹਾ ਹੈ ਨਾ ਜੋ ਹੁਣੇ ਉਪਦੇਸ਼ ਕੀਤਾ ਹੈ, ਕੀ ਕਿਹਾ? ਦ੍ਰਿਸ਼ਟ ਸੋ ਕਹੀ ਹਮਹਿ ਨਹਿ ਜਾਣਵ। ਤੁਸੀਂ ਕਹਿ ਰਹੇ ਸੀ ਕਿ ਕੂਕਰ ਦੀ ਬਿਰਤੀ ਨਹੀਂ ਧਾਰਨੀ ਹੈ, ਕੂਕਰ ਦੀ ਦ੍ਰਿਸ਼ਟੀ ਨਹੀਂ ਧਾਰਨੀ। ਕੂਕਰ ਭਾਵ ਕੁੱਤਾ, ਕੁੱਤੇ ਦੀ ਦ੍ਰਿਸ਼ਟੀ ਨਹੀਂ ਧਾਰਨੀ। ਤੁਸੀਂ ਹੁਣੇ ਕਹਿ ਰਹੇ ਸੀ, ਤੁਸੀਂ ਕਹਿ ਰਹੇ ਸੀ ਬੱਬਰ ਸ਼ੇਰ ਦੀ ਦ੍ਰਿਸ਼ਟੀ ਧਾਰਨੀ ਹੈ। ਸਾਨੂੰ ਸਮਝ ਨਹੀਂ ਲੱਗੀ ਮਹਾਰਾਜ, ਇਹ ਪਾਤਸ਼ਾਹ ਜੀ ਸਮਝ ਨਹੀਂ ਲੱਗੀ ਤੁਸੀਂ ਕਿਵੇਂ ਇਹ ਗੱਲ ਕਹੀ ਹੈ। ਦੱਸੋ ਖਾਂ ਖੋਲ ਅਰਥ ਇਨ ਭਨੈ ਗੁਸਾਈ। ਅਰਥ ਖੋਲ ਕੇ ਸਮਝਾਵੋ ਚੰਗੀ ਤਰ੍ਹਾਂ, ਜਿਹੜੀ ਸਾਨੂੰ ਗੱਲ ਪੂਰੀ ਨਿਚੋੜ ਦੇ ਰਾਹੀਂ ਪਤਾ ਲੱਗ ਜਾਏ। ਕਿਉਂਕਿ ਜੇ ਤੁਸੀਂ ਸਿਰਫ ਉੱਤੋਂ ਉੱਤੋਂ ਕਹਿ ਦਿੱਤਾ, ਅਸੀਂ ਉੱਤੋਂ ਉੱਤੋਂ ਹਾਂ ਹਾਂ ਕਹਿ ਦਿੱਤਾ ਤੇ ਗੱਲ ਨਹੀਂ ਬਣੇਗੀ। ਹੁਣ ਸਾਰੀ ਗੱਲ ਸਮਝਾਵੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਮ ਹੋ ਸੰਤ ਸਭਨ ਸੁਖਦਾਈ। ਤੁਸੀਂ ਸੰਤ ਹੋ, ਭਗਤ ਹੋ ਵਾਹਿਗੁਰੂ ਦੇ, ਤੁਹਾਡੇ ਕੋਲ ਜੋ ਆਪਾਂ ਮੰਗਾਂਗੇ ਤੁਸੀਂ ਦੇਣ ਵਾਸਤੇ ਹਾਜ਼ਰ ਹੋ ਨਾ। ਹੁਣ ਸਾਡੀ ਬੇਨਤੀ ਸਵੀਕਾਰ ਕਰੋ, ਸਾਨੂੰ ਸਮਝਾਵੋ ਹਾਂ ਭਲਾ ਵੀ ਜੋ ਤੁਸੀਂ ਕਿਹਾ ਸੀ ਕਿ ਕੁੱਤੇ ਵਾਲੀ ਬਿਰਤੀ ਨਹੀਂ ਧਾਰਨੀ ਹੈ, ਸ਼ੇਰ ਵਾਲੀ ਧਾਰਨੀ ਹੈ, ਉਹ ਕੀ ਐਸਾ ਕਾਰਨ? ਕਿਰਪਾ ਨਿਧਾਨ ਭਲੀ ਤਬ ਬਾਨੀ। ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੀ ਬੇਨਤੀ ਸੁਣ ਕੇ ਕਹਿਣ ਲੱਗੇ, ਦ੍ਰਿਸ਼ਟ ਕੂਕਰ ਕੀ ਲੇਹੋ ਪਛਾਨੀ। ਸਤਿਗੁਰੂ ਕਹਿਣ ਲੱਗੇ ਜਿਹੜੀ ਕੂਕਰ ਦੀ ਦ੍ਰਿਸ਼ਟੀ ਹੈ ਨਾ, ਇਹ ਸੋਚ ਲਓ, ਵਿਚਾਰ ਲਓ, ਕੀ ਹੈ? ਦੁੱਖ ਸੁੱਖ ਮੁਝ ਕੋ ਮਾਨਵ ਦੇਹੀ। ਜਿਹੜਾ ਮਨੁੱਖ ਇਹ ਸੋਚਦਾ ਹੈ ਨਾ ਕਿ ਮੇਰੇ ਘਰ 'ਤੇ ਕਿਸੇ ਨੇ ਜਾਦੂ ਟੂਣਾ ਕਰ ਦਿੱਤਾ ਹੈ, ਮੇਰੇ ਘਰ 'ਤੇ ਵਿਪਤਾ ਪਾ ਦਿੱਤੀ ਹੈ, ਕਿਸੇ ਨੇ ਕਲਾ ਪਾ ਦਿੱਤੀ ਹੈ, ਜਿਹੜਾ ਮਨੁੱਖ ਇਹੋ ਹੀ ਸੋਚਦਾ ਹੈ ਕਿ ਮੈਨੂੰ ਬੇਗਾਨਿਆਂ ਨੇ ਕੁਛ ਕਰ ਦਿੱਤਾ ਹੈ ਤੇ ਇਹੋ ਹੀ ਸੋਚ ਕੇ ਵਿਪਤਾ ਵਿੱਚ ਫਸਿਆ ਰਹਿੰਦਾ ਹੈ, ਆਪਣੇ ਵੱਲ ਤੇ ਧਿਆਨ ਹੀ ਨਹੀਂ ਦੇਣਾ ਕਦੇ ਵਾਸਤੇ, ਸਦਾ ਹੀ ਬੇਗਾਨਿਆਂ 'ਤੇ ਇਲਜ਼ਾਮ ਲਗਾਈ ਜਾਣੇ ਕਿ ਮੈਨੂੰ ਬੇਗਾਨੇ ਨੇ ਬਿਮਾਰ ਕਰ ਦਿੱਤਾ ਹੈ, ਮੈਨੂੰ ਬੇਗਾਨੇ ਨੇ ਸਾਡਾ ਸਾਰਾ ਕਾਰਜ ਰੁਕਾ ਦਿੱਤਾ ਹੈ। ਕਈ ਲੋਕ ਬੜੀਆਂ ਗੱਲਾਂ ਉਹਨਾਂ ਕੋਲ ਸੁਣ ਕੇ ਹਾਸ ਰਾਸ ਵਿੱਚ ਸਾਨੂੰ ਹੱਸਣਾ ਪੈ ਜਾਂਦਾ ਵੀ ਇਹ ਕੀ ਗੱਲਾਂ ਕਰਦੇ ਪਏ, ਸਮਝ ਨਹੀਂ ਆਉਂਦੀ ਕੀ ਕਹਿੰਦੇ ਹੈ। ਕਈ ਮਨੁੱਖ ਇਹੋ ਜਿਹੇ ਮਿਲ ਹੀ ਜਾਂਦੇ ਆ, ਉਹ ਕਹਿੰਦੇ ਅਖੇ ਜੀ ਅਸੀਂ ਚੰਗਾ ਭਲਾ ਕਾਰੋਬਾਰ ਖੋਲ੍ਹਿਆ ਸੀ, ਕੱਲ੍ਹ ਉਹ ਫਲਾਣੀ ਜਨਾਨੀ ਸਾਡੇ ਦੁਕਾਨ 'ਤੇ ਆ ਗਈ ਅਤੇ ਸਾਡਾ ਉਦੋਂ ਦਾ ਕੰਮ ਬੰਦ ਹੋਇਆ ਪਿਆ ਹੈ। ਇਹ ਕੀ ਬੰਦਾ ਕਵੇ ਹੁਣ ਉਹਨਾਂ ਨੂੰ ਉਹਨੇ ਆ ਕੇ ਕੀ ਕਰ ਦਿੱਤਾ ਹੈ? ਇਹ ਤਾਂ ਮਨੁੱਖ ਦੀ ਬਿਲਕੁਲ ਹੂੜ ਮੱਤ ਹੈ ਨਾ, ਮੂੜਤਾ ਹੈ ਨਾ, ਕੋਈ ਸਿਆਣਪ ਤਾਂ ਨਹੀਂ ਹੈ। ਇਹਦੇ ਨਾਲ ਤੁਸੀਂ ਜੇ ਇੱਕ ਪਰਛਾਵੇਂ ਨਾਲ ਹੀ ਤੁਹਾਡਾ ਕੰਮ ਰੁਕ ਸਕਦਾ ਹੈ, ਫਿਰ ਤਾਂ ਤੁਸੀਂ ਕੱਲ੍ਹ ਨੂੰ ਆਪ ਵੀ ਇੱਥੋਂ ਸੰਸਾਰ ਤੋਂ ਜਾ ਸਕਦੇ ਹੋ। ਫਿਰ ਤੁਹਾਡੀ ਹੋਂਦ, ਤੁਹਾਡੀ ਮੌਜੂਦਗੀ ਦਾ ਕੀ ਸਬੂਤ ਹੈ? ਇੰਨੇ ਕਮਜ਼ੋਰ ਆਪਾਂ, ਲੋਕਾਂ 'ਤੇ ਇਲਜ਼ਾਮ ਲਗਾਈ ਜਾਣੇ ਸਾਨੂੰ ਫਲਾਣੇ ਨੇ ਕੁਛ ਕਰਤਾ। ਸਤਿਗੁਰੂ ਕਹਿਣ ਲੱਗੇ ਇਹ ਜਿਹੜੀ ਬਿਰਤੀ ਹੈ ਨਾ, ਇਹ ਕੂਕਰ ਦੀ ਹੈ। ਕਿਵੇਂ? ਈਸ਼ਵਰ ਕੀ ਗਤ ਲਖੇ ਨਾ ਕੇਹੀ। ਉਹ ਵਾਹਿਗੁਰੂ ਨੂੰ ਸਮਝਦੇ ਨਹੀਂ ਕੁਛ, ਉਹ ਕਹਿੰਦੇ ਬੰਦਾ ਹੀ ਸਾਰਾ ਕੁਛ ਕਰਦਾ ਹੈ। ਇਹ ਤਾਂ ਪੱਛਮ ਦੀ ਮੱਤ ਧਾਰ ਲਈ ਹੈ। ਇਸ ਵਾਸਤੇ ਜਿਹੜਾ ਸਾਡਾ ਦੇਸ਼ ਸੀ ਪਹਿਲਾਂ ਪੁਰਾਣੀ ਸੱਭਿਅਤਾ,
ਇੱਥੇ ਇਹ ਗੱਲ ਪ੍ਰਚਾਰੀ ਜਾਂਦੀ ਸੀ ਕਿ ਸਾਰਾ ਕੁਝ ਵਾਹਿਗੁਰੂ ਕਰਦਾ ਹੈ। ਤਾਂ ਕਰਕੇ ਮਨੁੱਖ ਇੱਥੋਂ ਦੇ ਸੁਖਦਾਈ ਬੜੇ ਸੁਖੀ ਰਹਿੰਦੇ ਹੈ। ਭਾਵੇਂ ਹੁਣ ਜਿਹੜੇ ਸਾਡੇ ਅੰਦਰ ਸੰਸਕਾਰ ਆ ਗਏ ਹੈ, ਇਹ ਪਸ਼ਚਮ ਸੋ ਵਿਦੇਸ਼ਾਂ ਦੀ ਮੱਤ ਅਸੀਂ ਧਾਰੀ ਹੈ, ਇਸ ਕਰਕੇ ਹੁਣ ਦੁਖੀ ਹੁੰਦੇ ਹਾਂ। ਕਿਉਂਕਿ ਜਿਹੜੇ ਬਾਕੀ ਵਿਦੇਸ਼ੀ ਲੋਕ ਹੈ ਬੜੇ ਖੋਜੀ ਹੈ, ਬੜੇ ਵਿਗਿਆਨੀ ਹੈ, ਪਰ ਦੁਖੀ ਬੜੇ ਹੈ, ਕਿਉਂਕਿ ਉਹਨਾਂ ਨੂੰ ਇਹੋ ਹੀ ਭਰਮ ਪਿਆ ਹੋਇਆ ਕਿ ਬੰਦਾ ਹੀ ਸਾਰਾ ਕੁਝ ਕਰਦਾ ਹੈ। ਅਤੇ ਬੰਦਾ ਤਾਂ ਫਿਰ ਕਦੇ ਵੀ ਮਾੜਾ ਕਰਮ ਕਰ ਸਕਦਾ, ਫਿਰ ਤਾਂ ਉਹ ਸਾਰੀ ਜ਼ਿੰਦਗੀ ਝੂਰਦਾ ਹੀ ਰਹੇ, ਪਛਤਾਉਂਦਾ ਹੀ ਰਹੇ, ਉਹ ਤਾਂ ਕਦੇ ਹੋਸ਼ ਹਵਾਸ ਵਿੱਚ ਆ ਹੀ ਨਹੀਂ ਸਕਦਾ। ਅਤੇ ਸਤਿਗੁਰੂ ਕਹਿਣ ਲੱਗੇ ਇਹ ਭਰਮ ਵਿੱਚ ਨਹੀਂ ਪੈਣਾ ਹੈ, ਸਾਰਾ ਕੁਛ ਵਾਹਿਗੁਰੂ ਦੀ ਹੋਂਦ ਕਰਕੇ ਹੋ ਰਿਹਾ ਹੈ, ਤੇਰੇ ਕਰਕੇ ਨਹੀਂ ਕੁਛ ਹੋ ਰਿਹਾ। ਜਿਹੜਾ ਇਹ ਸੋਚਣਾ ਹੈ ਕਿ ਬੰਦਾ ਹੀ ਸਾਰਾ ਕੁਛ ਕਰਦਾ ਹੈ, ਫਲਾਣੇ ਨੇ ਮੈਨੂੰ ਦੁੱਖ ਦਿੱਤਾ, ਫਲਾਣੇ ਕਰਕੇ ਮੈਂ ਸੁਖੀ ਹਾਂ, ਜੇ ਉਹ ਨਾ ਹੁੰਦਾ ਮੈਂ ਤਾਂ ਮਰ ਹੀ ਜਾਣਾ ਸੀ, ਜੇ ਉਹ ਨਾ ਹੁੰਦਾ ਮੈਂ ਤਾਂ ਰਹਿਣਾ ਨਹੀਂ ਸੀ, ਇਹੋ ਜਿਹੀਆਂ ਗੱਲਾਂ ਕਰਨੀਆਂ ਇਹ ਕੁੱਤੇ ਵਾਲੀ ਗੱਲ ਹੈ। ਹੁਣ ਕੁੱਤੇ ਦੀ ਉਦਾਹਰਨ ਦਿੰਦੇ ਹਨ, ਮਾਰਨ ਹਾਰ ਨਾ ਜਾਣਹਿ ਸਵਾਨਾ। ਹੁਣ ਕੁੱਤੇ ਨੂੰ ਤੁਸੀਂ ਸੋਟਾ ਮਾਰੋਗੇ ਨਾ, ਕੋਈ ਡੰਡਾ ਮਾਰੋਗੇ, ਕੁੱਤੇ ਨੇ ਮਾਰਨ ਵਾਲੇ ਵੱਲ ਨਹੀਂ ਖਿਆਲ ਕਰਨਾ ਕਿ ਮੈਨੂੰ ਕਿਹੜਾ ਮਾਰ ਰਿਹਾ ਹੈ, ਉਹਨੇ ਡੰਡੇ ਨੂੰ ਫੜਨਾ ਹੈ। ਕੀ ਕਰਦਾ? ਲਸ਼ਟਕ ਕੋ ਕਾਟਹਿ ਅਨਜਾਨਾ, ਉਹਨੇ ਡੰਡੇ ਨੂੰ ਮੂੰਹ 'ਚ ਪਾ ਲੈਣਾ ਹੈ। ਸੋਟੀ ਮਾਰੋਗੇ ਨਾ, ਉਹਨੇ ਸੋਟੀ ਨੂੰ ਦੰਦ ਲਾ ਲੈਣੇ ਆਪਣੇ, ਉਹਨੂੰ ਫਸਾ ਲੈਣਾ ਦੰਦਾਂ ਵਿੱਚ ਅਤੇ ਖਿੱਚੀ ਜਾਣਾ ਹੈ। ਉਹਨੇ ਇਹ ਨਹੀਂ ਖਿਆਲ ਕਰਨਾ ਵੀ ਜਿਹੜਾ ਮੈਨੂੰ ਮਾਰਦਾ ਵੀ ਮੈਂ ਉਹਨੂੰ ਫੜਾਂ ਜਾ ਕੇ, ਉਹ ਡੰਡੇ ਨੂੰ ਹੀ ਫੜ ਕੇ ਖਿੱਚੀ ਜਾਂਦਾ ਹੈ। ਜਿਹੜੀ ਚੀਜ਼ ਮਾਰੋਗੇ ਉਹਨੇ ਉਹਨੂੰ ਹੀ ਫੜੀ ਜਾਣਾ। ਇਹ ਹਾਲਤ ਮਨੁੱਖ ਉਹਦੀ ਹੈ ਜਿਹਦੀ ਕੂਕਰ ਵਾਲੀ ਬਿਰਤੀ ਹੈ, ਜਿਹੜਾ ਇਹੋ ਸੋਚਦਾ ਹੈ ਕਿ ਮੈਨੂੰ ਫਲਾਣੇ ਕਰਕੇ ਦੁੱਖ ਹੈ, ਫਲਾਣੇ ਨੇ ਮੈਨੂੰ ਦੁਖੀ ਕੀਤਾ ਹੈ, ਪਰ ਇਹ ਨਹੀਂ ਸੋਚਦਾ ਵੀ ਫਲਾਣਾ ਕਿਹਦੇ ਕਰਕੇ ਟਿਕਿਆ ਹੋਇਆ ਹੈ। ਜੇ ਫਲਾਣੇ ਨੂੰ ਵਾਹਿਗੁਰੂ ਤਾਕਤ ਹੀ ਨਾ ਦਏ ਫਿਰ ਉਹ ਭਲਾ ਕੀ ਕਰ ਸਕਦਾ। ਇਹ ਕੋਈ ਦੂਰ ਦ੍ਰਿਸ਼ਟੀ ਨਹੀਂ ਹੈ, ਕੋਈ ਜ਼ਿਆਦਾ ਲੰਮੀ ਦ੍ਰਿਸ਼ਟੀ ਨਹੀਂ ਉਹਦੀ ਹੈ। ਅਤੇ ਇਹ ਮਨੁੱਖ ਜਿਹੜਾ ਸੋਚਦਾ ਹੈ ਉਹਦੀ ਬਿਰਤੀ ਤਾਂ ਕੂਕਰ ਵਾਲੀ। ਇਸ ਪ੍ਰਕਾਰ ਕੋ ਜੋ ਨਰ ਹੋਈ, ਇਸ ਵਿਧੀ ਵਾਲਾ ਜਿਹੜਾ ਮਨੁੱਖ ਹੋਵੇਗਾ, ਮਨਮੁਖ ਸਵਾਮ ਦ੍ਰਿਸ਼ਟ ਹੈ ਸੋਈ। ਉਹ ਮਨਮੁਖ ਹੈ ਜਿਹੜਾ ਇਹੋ ਸੋਚਦਾ ਰਹਿੰਦਾ ਹੈ ਨਾ ਕਿ ਮੈਨੂੰ ਫਲਾਣੇ ਕਰਕੇ ਦੁੱਖ ਹੈ, ਫਲਾਣੇ ਕਰਕੇ ਸੁੱਖ, ਉਹ ਮਨਮੁਖ ਹੈ, ਉਹਦੀ ਬਿਰਤੀ ਕੂਕਰ ਵਾਲੀ। ਕਿਸ ਪ੍ਰਕਾਰ ਦੁੱਖ ਸੁੱਖ, ਕਿਸ ਪ੍ਰਕਾਰ ਦੁੱਖ ਸੁੱਖ ਬਨ ਆਵੈ। ਇੱਕ ਦੂਸਰੇ ਮਨੁੱਖ ਵੀ ਹੈ, ਜੇ ਉਹਨਾਂ 'ਤੇ ਬੁਰਾ ਸਮਾਂ ਆ ਜਾਏ, ਚੰਗਾ ਸਮਾਂ ਆ ਜਾਏ, ਦੋਨਾਂ ਸਮਿਆਂ ਵਿੱਚ ਪਰਮੇਸ਼ਰ 'ਤੇ ਸਰਬ ਲਿਖਾਵੈ। ਉਹ ਕਹਿੰਦੇ ਆ ਜੇ ਬੁਰਾ ਕੰਮ ਹੋਇਆ ਤਾਂ ਵੀ ਵਾਹਿਗੁਰੂ ਦੀ ਕਿਰਪਾ ਕਰਕੇ ਹੋਇਆ, ਸਾਡੇ ਕੋਲ ਤਾਕਤ ਨਹੀਂ ਹੈ। ਜੇ ਚੰਗਾ ਹੋ ਗਿਆ ਤਾਂ ਵੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਾਡੇ ਕੋਲੋਂ ਨਹੀਂ ਹੋ ਸਕਦਾ ਕੁਛ ਵੀ। ਉਹ ਇਹੋ ਹੀ ਜਾਣਦੇ ਹੈ ਵੀ ਵਾਹਿਗੁਰੂ ਦੀ ਬਦੌਲਤ ਅਸੀਂ ਹਾਂ ਅਤੇ ਫਿਰ ਅਸੀਂ ਕਿਵੇਂ ਸਾਰਾ ਕੁਛ ਕਰ ਸਕਦੇ ਹਾਂ। ਇਹ ਜਦੋਂ ਸੋਚਦੇ ਮਾਨੁਖ ਬੱਬਰਾ ਕੌਣ ਵਿਚਾਰਾ, ਉਹ ਜਿਹੜੇ ਗੁਰਮੁਖ ਪਿਆਰੇ ਹੈ ਉਹ ਸੋਚਦੇ ਵੀ ਮਨੁੱਖ ਵਿਚਾਰਾ ਭਲਾ ਕੀ ਕਰ ਸਕਦਾ ਹੈ, ਇਹਦੇ 'ਚ ਕੀ ਤਾਕਤ ਹੈ। ਇਹਦੇ 'ਤੇ ਸਵਾਸ ਵੀ ਇਹ ਮੁੱਲ ਲੈ ਕੇ ਲੈਂਦਾ ਹੈ। ਜੇ ਅਸੀਂ ਸਵਾਸ ਆਪਣੇ ਆਪ ਲੈ ਸਕਦੇ ਹੋਈਏ ਤਾਂ ਫਿਰ ਤਾਂ ਜਿਹੜੇ ਡਾਕਟਰ ਹੈ, ਵੈਦ ਲੋਕ ਹੈ, ਕਿੰਨਿਆਂ ਨੂੰ ਜਿਉਂਦਾ ਕਰ ਦਿੰਦੇ, ਫਿਰ ਤਾਂ ਕੋਈ ਮਰਦਾ ਹੀ ਨਾ। ਪਰ ਨਹੀਂ, ਇਹ ਵਾਹਿਗੁਰੂ ਦੇ ਹੱਥ ਵਿੱਚ ਹੈ ਸਾਰਾ ਕੁਛ। ਤਾਂ ਕਰਕੇ ਉਹ ਜਿਹੜੇ ਗੁਰਮੁਖ ਪਿਆਰੇ ਹੈ ਉਹ ਇਹੋ ਸੋਚਦੇ ਹੈ ਕਿ ਵਾਹਿਗੁਰੂ ਦੀ ਬਦੌਲਤ ਸਾਰਾ ਕੁਛ ਹੁੰਦਾ। ਕਰੈ ਕਾਜ ਸਭ ਸ਼੍ਰੀ ਕਰਤਾਰਾ, ਉਹ ਕਹਿੰਦੇ ਸਾਰੇ ਕੰਮ ਸ਼੍ਰੀ ਕਰਤਾਰ ਵਾਹਿਗੁਰੂ ਆਪ ਕਰਦੇ ਪਏ ਹੈ, ਮਨੁੱਖ ਨਹੀਂ ਕਰਦਾ ਕੁਛ। ਜਿਉਂ ਕਿ ਹਰ ਤਜ ਸ਼ਸਤਰਨ ਜਾਗੇ, ਜਿਵੇਂ ਜਿਹੜਾ ਬੱਬਰ ਸ਼ੇਰ ਹੈ, ਜਦੋਂ ਉਹਨੂੰ ਕੋਈ ਸ਼ਸਤਰ ਮਾਰੇ ਨਾ, ਸ਼ੇਰ ਨੂੰ ਜਦੋਂ ਕੋਈ ਮਾਰਨ ਪੈਂਦਾ ਹੈ ਤਾਂ ਸ਼ੇਰ ਹਥਿਆਰ ਨੂੰ ਨਹੀਂ ਦੇਖਦਾ। ਜੇਕਰ ਕੋਈ ਹੱਥ ਵਿੱਚ ਬੰਦੂਕ ਫੜ ਕੇ ਖਲੋਤਾ ਹੈ ਜਾਂ ਕੋਈ ਤਲਵਾਰ ਲੈ ਕੇ ਖਲੋਤਾ ਹੈ ਜਾਂ ਕੋਈ ਹੋਰ ਹਥਿਆਰ ਲੈ ਕੇ ਖਲੋਤਾ ਹੈ, ਸ਼ੇਰ ਨੇ ਸ਼ਸਤਰ ਨੂੰ ਨਹੀਂ ਵੇਖਣਾ ਹੈ, ਉਹਨੇ ਅੱਖਾਂ ਦੇਖਣੀਆਂ ਨੇ ਵੀ ਚਲਾਉਣ ਵਾਲਾ ਕੌਣ ਹੈ। ਸ਼ੇਰ ਦੀ ਜਦੋਂ ਅੱਖ ਨਾਲ ਅੱਖ ਮਿਲ ਗਈ ਫਿਰ ਉਹਨੇ ਉਸੇ ਵੇਲੇ ਹਮਲਾ ਕਰ ਦੇਣਾ ਹੈ। ਇਸ ਵਾਸਤੇ ਜਿਹੜੇ ਮਨੋਵਿਗਿਆਨੀ ਲੋਕ ਹੈ ਉਹ ਕਹਿੰਦੇ ਆ ਵੀ ਸ਼ੇਰ ਦੀ ਕਦੇ ਵਾਸਤੇ ਅੱਖ ਵੱਲ ਅੱਖ ਪਾ ਕੇ ਨਹੀਂ ਦੇਖਣਾ, ਕਿਉਂਕਿ ਉਹਨੂੰ ਉਹ ਇੱਕ ਹਿੰਮਤ ਦੇਖਦਾ ਹੈ, ਉਹਨੂੰ ਲਲਕਾਰ ਸਮਝਦਾ ਹੈ ਕਿ ਮੈਨੂੰ ਇਹ ਵੰਗਾਰਦਾ ਪਿਆ ਹੈ। ਇਸ ਵਾਸਤੇ ਸ਼ੇਰ ਤਾਂ ਹਮੇਸ਼ਾ ਇਹ ਦੇਖਦਾ ਹੈ ਕਿ ਜਦੋਂ ਕੋਈ ਉਹਦੇ ਸਾਹਮਣੇ ਹਥਿਆਰ ਲੈ ਕੇ ਆਏ, ਹਥਿਆਰ ਨੂੰ ਉਹਨੇ ਬਿਲਕੁਲ ਨਹੀਂ ਦੇਖਣਾ। ਇਹ ਨਾ ਕੋਈ ਖਿਆਲ ਕਰੇ ਮੈਂ ਤਲਵਾਰ ਅੱਗੇ ਕਰ ਦਾਂ ਕਿਤੇ ਖੋਰੇ ਤਲਵਾਰ ਫੜ ਲਏਗਾ, ਉਹਨੇ ਉਹੀ ਫੜਨਾ ਜਿਹਨੇ ਤਲਵਾਰ ਫੜੀ ਹੈ। ਇਸ ਵਾਸਤੇ ਕਹਿੰਦੇ ਜਿਹੜਾ ਸ਼ੇਰ ਹੈ ਉਹ ਤੁਰਕਨ ਤਕਹਿ ਜੇ ਮਾਰਨ ਹਾਰੇ, ਉਹ ਤਾਂ ਫਿਰ ਤੂਰਨ ਛੇਤੀ ਨਾਲ ਉਹਨੂੰ ਦੇਖਦਾ ਹੈ। ਪਹਿਲਾਂ ਦੇਖਦਾ ਵੀ ਮੇਰੇ ਵਜਨ ਕੀ ਲੱਗਾ ਹੈ,
ਫਿਰ ਉਸੇ ਵੇਲੇ ਮਾਰਨ ਵਾਲੇ ਵੱਲ ਦੇਖਦਾ ਹੈ ਵੀ ਇਹ ਜਿਹੜਾ ਮਾਰ ਰਿਹਾ ਹੈ ਮੈਂ ਇਹਦੀ ਗਰਦਨ ਦੱਪਾਂ। ਉਸੇ ਵੇਲੇ ਸ਼ੇਰ ਗਰਦਨ ਦੀ ਆ ਕੇ ਦੰਦ ਲਗਾ ਦਿੰਦਾ ਹੈ। ਇਹ ਸ਼ੇਰ ਦੀ ਹਾਲਤ ਦੇਖੀ, ਤੁਸੀਂ ਦੇਖਿਆ ਹੋਣਾ ਸ਼ੇਰ ਨੂੰ ਕਈ ਵਾਰ TV ਦੇ ਵਿੱਚ ਜਾਂ ਮੋਬਾਈਲਾਂ ਵਿੱਚ ਦੇਖਿਆ ਹੋਵੇਗਾ। ਇਹ ਸ਼ੇਰ ਦੀ ਹਾਲਤ ਹੈ। ਸ਼ੇਰ ਕਦੇ ਵਾਸਤੇ ਮਨੁੱਖ ਨੂੰ ਛੱਡਦਾ ਨਹੀਂ ਹੈ। ਉਹ ਨਹੀਂ ਸੋਚਦਾ ਵੀ ਕੋਈ ਬੰਦੂਕ ਲੱਗਾ ਮਾਰਨ, ਗੋਲੀ ਲੱਗਾ ਮੇਰੀ ਮਾਰਨ ਅਤੇ ਮੈਂ ਅੱਗੇ ਹੋ ਕੇ ਗੋਲੀ ਤੋਂ ਬਚਾਅ ਕਰਾਂ। ਜਿੰਨਾ ਸਗੋਂ ਜ਼ਖਮੀ ਸ਼ੇਰ ਦੁਖੀ ਕਰਦਾ ਨਾ, ਉਹਨਾਂ ਸਗੋਂ ਜਿਹੜਾ ਸਹੀ ਆ ਉਹ ਨਹੀਂ ਕਰਦਾ। ਨਵਾਂ ਨਰੋਵਾ ਸ਼ੇਰ ਭਾਵੇਂ ਛੱਡ ਦੇ, ਪਰ ਜਿਹੜਾ ਜ਼ਖਮੀ ਆ ਉਹ ਨਹੀਂ ਛੱਡਦਾ। ਫਿਰ ਅਤੇ ਕਹਿਣ ਲੱਗੇ ਜਿਵੇਂ ਇਹ ਸ਼ੇਰ ਦੀ ਹਾਲਤ ਹੁੰਦੀ ਹੈ ਨਾ, ਸ਼ੇਰ ਜਿਵੇਂ ਆਪਦਾ ਸੁਭਾਅ ਰੱਖਦਾ ਹੈ, ਇਸੇ ਤਰ੍ਹਾਂ ਦਿਓ ਗੁਰਮੁਖ ਪਰਮੇਸ਼ਰ ਦਿਸ਼ ਤੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਹੈ, ਸੰਤ ਜਨ ਹੈ, ਪ੍ਰਭੂ ਦੇ ਪਿਆਰੇ ਹੈ, ਉਹ ਸਾਰਾ ਕੁਛ ਪ੍ਰਭੂ ਤੋਂ ਆਇਆ ਦੇਖਦੇ ਹੈ। ਉਹ ਇਹ ਨਹੀਂ ਦੇਖਦੇ ਆ ਵੀ ਫਲਾਣੇ ਕਰਕੇ ਮੈਨੂੰ ਦੁੱਖ ਹੈ, ਫਲਾਣੇ ਕਰਕੇ ਮੈਨੂੰ ਸੁੱਖ ਹੈ। ਉਹ ਦੇਖਦੇ ਵੀ ਜਿਹੜਾ ਫਲਾਣਾ ਹੈ, ਜਿਹੜਾ ਫਲਾਣਾ ਆਦਮੀ ਹੈ, ਉਹ ਕਿਹਦੇ ਕਰਕੇ ਹੈ, ਉਹ ਉਹਨੂੰ ਦੇਖਦੇ ਆ। ਉਹ ਮੂਲ ਦੇਖਦੇ ਆ, ਉਹ ਪੱਤਰੇ ਟਾਹਣੀਆਂ ਫੁੱਲ ਫਲ ਨਹੀਂ ਦੇਖਦੇ ਆ, ਉਹ ਮੁੱਢ ਦੇਖਦੇ ਆ। ਇੱਕ ਡਾਲੀ ਲਾਗੇ ਤਿਨੀ ਜਨਮ ਗਵਾਇਆ, ਇੱਕ ਮੂਲ ਲਾਗੇ ਤਿਨੀ ਸੁੱਖ ਪਾਇਆ। ਇੱਕ ਫੁੱਲ ਨੂੰ ਲੱਗੇ ਹੋਏ ਹੈ, ਫਲ ਤੋੜਦੇ ਪਏ ਹੈ। ਉਹਨਾਂ ਦੀ ਹਾਲਤ ਤਾਂ ਇਉਂ ਹੈ ਕਿ ਜਿਹੜਾ ਮਨੁੱਖ ਸੋਚੀ ਜਾਏ ਸਾਲ ਪਿੱਛੋਂ 6 ਮਹੀਨੇ ਪਿੱਛੋਂ ਆ ਕੇ ਫਲ ਤੋੜ ਲਿਆ, ਖਾ ਲਿਆ। ਸਿਆਣੇ ਮਨੁੱਖ ਤੇ ਘਰ ਵਿੱਚ ਹੀ ਆਪਣੇ ਫਲ ਲਾ ਲੈਂਦੇ ਆ ਵੀ ਆਪ ਲਾਵਾਂਗੇ, ਆਪ ਖਾਵਾਂਗੇ। ਸੋ ਜਿਹੜੇ ਤੇ ਗੁਰਮੁਖ ਹੈ ਉਹ ਮੂਲ ਨੂੰ ਫੜਦੇ ਹੈ, ਜੜ੍ਹਾਂ ਫੜਦੇ ਹੈ। ਅਤੇ ਜੜ੍ਹ ਕੀ ਹੈ? ਸਾਰਿਆਂ ਦਾ ਮੂਲ ਵਾਹਿਗੁਰੂ ਆਪ ਹੈ। ਤਾਂ ਕਰਕੇ ਕਹਿੰਦੇ ਜਿਹੜੇ ਗੁਰਮੁਖ ਹੈ ਉਹ ਸਾਰਿਆਂ ਦੇ ਪਿੱਛੇ ਕਾਰਨ ਦੇਖਦੇ ਹੈ ਵੀ ਇਹ ਮਨੁੱਖ ਕਿਹਦੇ ਕਰਕੇ ਹੈ, ਇਹਦਾ ਵਜੂਦ ਕੌਣ ਹੈ, ਕਿਹਦੇ ਕਰਕੇ ਟਿਕਿਆ ਹੋਇਆ, ਕਿਹਦੇ ਕਰਕੇ ਬੋਲਦਾ, ਹੱਸਦਾ, ਰੋਮਦਾ, ਤੁਰਦਾ ਫਿਰਦਾ, ਕਿਹਦੇ ਕਰਕੇ ਹੈ। ਫਿਰ ਉਹ ਮੂਲ ਦੇਖ ਕੇ ਫਿਰ ਸੋਚਦੇ ਹੈ ਵੀ ਜਿਹਦੇ ਕਰਕੇ ਇਹ ਬੋਲ ਰਿਹਾ ਹੈ ਉਹਦੇ ਕਰਕੇ ਮੈਂ ਹਾਂ। ਅਤੇ ਫਿਰ ਇਹਨੂੰ ਸੁਖੀ ਕਰਨ ਵਾਲਾ, ਇਹਨੂੰ ਦੁਖੀ ਕਰਨ ਵਾਲਾ, ਜਾਂ ਮੈਨੂੰ ਸੁੱਖ ਦੇਣ ਵਾਲਾ, ਮੈਨੂੰ ਦੁੱਖ ਦੇਣ ਵਾਲਾ ਬੇਗਾਨਾ ਨਹੀਂ ਕੋਈ ਹੋ ਸਕਦਾ, ਸਗੋਂ ਵਾਹਿਗੁਰੂ ਆਪ ਹੈ। ਇਹ ਜਦੋਂ ਮਨ ਵਿੱਚ ਭਰੋਸਾ ਆ ਜਾਂਦਾ, ਲਖ ਹਿਸ ਦੁੱਖ ਸੁੱਖ ਅਪਰਨਾ ਕਿਸਤੇ, ਉਹ ਫਿਰ ਦੁੱਖ ਸੁੱਖ ਦਾ ਦਾਤਾ ਵਾਹਿਗੁਰੂ ਨੂੰ ਸਮਝਦੇ ਹੈ। ਇਹ ਗੁਰਮੁਖ ਬਿਰਤੀ ਧਾਰ ਕੇ ਰੱਖੋ, ਦੇਣਹਾਰ ਏਕੋ ਕਰਤਾਰਾ। ਸਾਰਿਆਂ ਨੂੰ ਦੇਣਹਾਰਾ ਵਾਹਿਗੁਰੂ ਆਪ ਹੈ। ਦਾਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿਨ ਦੇ ਟੋਟ ਨਾ ਆਵਈ, ਅਗੰਤ ਭਰੇ ਭੰਡਾਰ। ਉਹ ਸਾਰਿਆਂ ਦਾ ਦਾਤਾ ਹੈ ਔਰ ਸਾਰਾ ਕੁਛ ਦੇਣ ਵਾਲਾ ਹੈ। ਤੂੰ ਜੋ ਮੰਗੇਗਾ ਤੈਨੂੰ ਮਿਲ ਜਾਏਗਾ। ਇਹ ਮਨ ਵਿੱਚ ਚੱਕਰ 'ਚ ਨਾ ਪੈ ਜਾਣਾ ਕਿ ਮੈਨੂੰ ਚੰਗੀਆਂ ਚੰਗੀਆਂ ਚੀਜ਼ਾਂ ਮਿਲਣਗੀਆਂ, ਮਾੜਾ ਨਹੀਂ ਕੁਛ ਮਿਲੇਗਾ। ਤੂੰ ਜਿਸ ਪ੍ਰਯੋਜਨ ਵਾਸਤੇ ਘਾਲਣਾ ਕਰੇਗਾ ਨਾ, ਤੈਨੂੰ ਉਹ ਹੀ ਮਿਲ ਜਾਏਗਾ। ਇਹ ਵਾਹਿਗੁਰੂ ਦੇ ਘਰ ਦਾ ਸੁਭਾਅ ਹੈ, ਕਿਸੇ ਨੂੰ ਮਨਾ ਨਹੀਂ ਕਰਦਾ ਹੈ। ਜੇਕਰ ਕੋਈ ਜਾਣ ਬੁੱਝ ਕੇ ਗਲਤ ਚੀਜ਼ ਮੰਗਦਾ ਤਾਂ ਉਹਨੂੰ ਉਹ ਹੀ ਮਿਲ ਜਾਏਗੀ, ਪਰ ਦੁੱਖ ਵੀ ਫਿਰ ਉਹਨੂੰ ਝੱਲਣਾ ਪਵੇਗਾ। ਫਿਰ ਉਸ ਦੁੱਖ ਤੋਂ ਭੱਜੇ ਨਾ। ਕਈ ਵਾਰੀ ਮਨੁੱਖ ਕਹਿੰਦੇ ਹੈ ਜੀ ਆਹ ਬੁਰਾ ਕੰਮ ਕਰ ਲੈਣਾ ਚਾਹੀਦਾ ਕਿ ਨਹੀਂ ਕਰ ਲੈਣਾ ਚਾਹੀਦਾ, ਪੁੱਛਦੇ ਹੈ। ਫਿਰ ਮੈਂ ਤਾਂ ਇਹੋ ਕਹਿੰਦਾ ਹੋਣਾ ਵੀ ਕਰ ਤੇ ਲਓ, ਪਰ ਉਹਦਾ ਫਲ ਵੀ ਭੁਗਤਣ ਵਾਸਤੇ ਤਿਆਰ ਰਿਹਾ ਕਰੋ। ਫਿਰ ਨਾ ਕਿਹਾ ਕਰੋ ਕਿ ਰੱਬ ਨੇ ਸਾਨੂੰ ਇੱਦਾਂ ਕਿਉਂ ਕਰ ਦਿੱਤਾ, ਕਿਉਂਕਿ ਜਿਹੜਾ ਕਰਾਂਗੇ ਉਹਦਾ ਫਲ ਵੀ ਤਾਂ ਫਿਰ ਨਾਲ ਹੀ ਮਿਲਣਾ ਹੈ। ਇਸ ਵਾਸਤੇ ਇਹ ਚੱਕਰ ਵਿੱਚ ਕਦੇ ਨਹੀਂ ਪੈਣਾ ਹੈ ਕਿ ਕੋਈ ਬੇਗਾਨਾ ਸਾਨੂੰ ਕਰਨਹਾਰਾ ਹੈ। ਉਹਨੇ ਦਾਤਾਂ ਸਾਡੇ ਵਾਸਤੇ ਰੱਖੀਆਂ ਨੇ। ਤੂੰ ਜਿਵੇਂ ਕਰਨਾ ਚਾਹੇ, ਤੂੰ ਤੇਰੀ ਇੱਛਾ ਹੈ। ਤੂੰ ਸੁੱਖ ਲੈਣਾ, ਸੁੱਖ ਲੈ ਲੈ, ਤੇਰੀ ਇੱਛਾ ਹੈ। ਤੂੰ ਦੁਖੀ ਹੋਣਾ ਤੇ ਦੁਖੀ ਹੋ ਜਾ, ਇਹ ਤੇਰੇ 'ਤੇ ਡਿਪੈਂਡ ਹੈ। ਤੂੰ ਇਸ ਚੱਕਰ 'ਚ ਕਦੇ ਨਾ ਪੈਣਾ ਕਿ ਖੌਰੇ ਵਾਹਿਗੁਰੂ ਨੇ ਮੈਨੂੰ ਦੁਖੀ ਕੀਤਾ ਹੈ, ਬੇਗਾਨੇ ਸੁਖੀ ਕੀਤੇ ਹੈ। ਬਹੁਤੇ ਗੁਰਸਿੱਖਾਂ ਦਾ ਇਹ ਸੁਭਾਅ ਦੇਖਿਆ ਜਾਂਦਾ ਹੈ। ਉਹ ਕਹਿੰਦੇ ਆ ਜਿਹੜੇ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ ਹੈ, ਉਹਨਾਂ ਜਿੰਨੇ ਤੇ ਸੁਖੀ ਅਸੀਂ ਦੇਖਦੇ ਨਹੀਂ, ਸਗੋਂ ਅਸੀਂ ਤਾਂ ਬਾਣੀ ਵੀ ਪੜ੍ਹਦੇ ਹਾਂ, ਨਾਮ ਵੀ ਜਪਦੇ, ਸਾਰਾ ਕੁਛ ਕਰਦੇ ਹਾਂ, ਅਤੇ ਅਸੀਂ ਤਾਂ ਦੁਖੀ ਰਹੇ ਨੇ, ਸਾਡਾ ਤਾਂ ਕੰਮ ਕੋਈ ਸਵਰਦਾ ਨਹੀਂ ਹੈ। ਸੋ ਉਹਨਾਂ ਨੂੰ ਤਾਂ ਇਹੋ ਬੇਨਤੀ ਹੁੰਦੀ ਵੀ ਉਹ ਆਪਣਾ ਕੀਤਾ ਹਾਲੇ ਪਾ ਰਹੇ ਹੈ। ਜੋ ਉਹਨਾਂ ਨੇ ਕੁਛ ਚੰਗਾ ਕੀਤਾ ਹੋਏਗਾ ਉਹਦਾ ਫਲ ਭੁਗਤ ਰਹੇ ਹੈ, ਜੋ ਹੁਣ ਬੁਰਾ ਕਰਦੇ ਪਏ ਆ ਉਹਦਾ ਫਲ ਉਹ ਫਿਰ ਭੁਗਤਣਗੇ। ਇਸ ਚੱਕਰ 'ਚ ਕਦੇ ਪੈਣਾ ਨਾ। ਤਾਈਓ ਵਿਦਵਾਨਾਂ ਨੇ 3 ਤਰ੍ਹਾਂ ਦੇ ਕਰਮ ਦੱਸੇ ਹੈ, ਕਿਰੇਮਾਨ, ਇਸੇ ਤਰ੍ਹਾਂ ਸੰਚਿਤ ਕਰਮ, ਫਿਰ ਪਰਾ ਰਬਦ। ਜੋ ਅਸੀਂ ਹੁਣ ਭੋਗਦੇ ਪਏ ਇਹ ਪਰਾ ਰਬਦ ਹੈ, ਅਤੇ ਜਿਹੜੇ ਸਾਡੇ ਕਰਮ ਬੱਝੇ ਆ ਇਹਨੂੰ ਕਿਹਾ ਜਾਂਦਾ ਸੰਚਿਤ ਕਰਮ। ਸਾਡੇ ਇਕੱਠੇ ਹੋਏ ਕਰਮ ਹੈ, ਇਹ ਵੀ ਕਿਤੇ ਨਾ ਕਿਤੇ ਸਾਨੂੰ ਫਲ ਦੇਣਗੇ।
ਸੋ ਇਹ ਸਤਿਗੁਰਾਂ ਨੇ ਵਿਚਾਰਾਂ ਸਾਨੂੰ ਬਖਸ਼ੀਆਂ ਨੇ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਰੋਮ ਰੋਮ ਕਰਕੇ ਧੰਨਵਾਦ ਹੈ। ਇਸੇ ਤਰ੍ਹਾਂ ਵੱਧ ਚੜ੍ਹ ਕੇ ਸਤਿਗੁਰਾਂ ਦੇ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਦੇ ਹਜ਼ੂਰੀ ਅੰਦਰ ਵੱਧ ਵੱਧ ਸਾਧ ਸੰਗਤ ਦਾ ਲਾਭ ਲਿਆ ਕਰੀਏ। ਸੋ ਆਓ ਜੀ ਹੁਣ ਅਖੀਰਲੀਆਂ ਪੰਕਤੀਆਂ ਪੜ੍ਹੀਏ, ਗੁਰ ਫਤਿਹ ਅੰਦਰ ਸਾਂਝ ਪਾਈਏ। ਪਰਮੇਸ਼ਰ ਦਿਸ਼ਤੇ ਲਖਨ ਸੁਖ ਅਪਰਨਾ ਕਿਸ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।